राग सूही महला पंजवा कर तीजा। एक ओंकार सतगुर प्रसाद। डंडौत बंदन अनक बार सर्व कला समरथ। डोलन ते राखो प्रभु नानक दे कर हथ। एक ओंकार सतगुर प्रसाद। तू ठाकुरो बैरागरो मैं जेही काणु चेरी राम। तू ठाकुरो बैरागरो मैं जेही काणु चेरी राम। तू सागरो रत्नगरो हाँ सार न जाना तेरी राम। हाँ सार न जाना तेरी राम। सार न जाना तू बड़ दाना कर मेहरमत साईं। कृपा कीजै सा मत दीजै। आठ पहर तुद त्याई। गर्भ ना कीजै रेण होविजै। तांगत जियरे तेरी सब ऊपर नानक का ठाकुर मैं जेही कण चेरी राम। सब ऊपर नानक का ठाकुर मैं जेही कण चेरी राम। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारिओ आप सारे ही अति सत्कारयोग हो। बड़भागे हो सहबा दी पावन बाणी सुनन दे लई। आपां गुरु पातशाह जी दे चरनां दा ध्यान धरदे हां। आओ जो आपां राग सूही शंत महला पंजवां कर तीजा दे विचों एक शब्द दा कुछ हिस्सा जो शंत दे रूप विच आपां सरवण कीता है उस नूं विचारीए। विचार शुरू करन तो पहला आपस विच सारी संगत ने गुरफतेह दी सांझ पाउणी। प्यार सत्कार भावना सहित बोलना जी आखियो वाहिगुरु जी का खालसा वाहिगुरु जी की फतेह। धन गुरु अर्जन देव महाराज जिन्हां दी कृपा सदका आपां सारे ही
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਸੂਹੀ ਰਾਗ ਦੇ ਵਿੱਚੋਂ ਜੋ ਆਪਾਂ ਇੱਕ ਬੰਦ ਜਾਂ ਇੱਕ ਛੰਦ ਕਹਿ ਲਓ ਪੜ੍ਹਿਆ, ਇਸ ਦੀ ਵਿਚਾਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹ ਜੀ ਨੇ ਆਰੰਭ ਕੀਤੀ ਆ, ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਘਾਣੋ ਚੇਰੀ ਰਾਮ। ਪਾਤਸ਼ਾਹ ਜ਼ਿਕਰ ਕਰਦੇ ਨੇ ਤੂੰ ਠਾਕੁਰੋ, ਪਰ ਇੱਥੇ ਇੱਕ ਬੜੀ ਨਿਵੇਕਲੀ ਵਿਚਾਰ ਆ। ਦੁਨੀਆ ਦੇ ਵਿੱਚ ਬੜੇ ਲੋਕ ਨੇ ਜਿਨ੍ਹਾਂ ਦੇ ਮੁਖ ਵਿੱਚੋਂ ਤੂੰ ਦੀ ਆਵਾਜ਼ ਆਉਂਦੀ ਆ, ਪਰ ਉੱਥੇ ਤੂੰ ਦੀ ਆਵਾਜ਼ ਵਿੱਚ ਕੋਈ ਨਾ ਕੋਈ ਰਾਜ ਹੈ। ਬੜੇ ਉਹ ਲੋਕ ਨੇ, ਬਹੁ ਗਿਣਤੀ ਉਹਨਾਂ ਦੀ ਆ, ਜਿਨ੍ਹਾਂ ਦੇ ਹਿਰਦੇ ਵਿੱਚੋਂ, ਜ਼ੁਬਾਨ ਵਿੱਚੋਂ ਮੈਂ ਦੀ ਆਵਾਜ਼ ਆਉਂਦੀ ਆ। ਉਹ ਸਿੱਧੇ ਸਪਸ਼ਟ ਪਤਾ ਵੀ ਮੈਂ ਜਿਹੜਾ ਵਿਅਕਤੀ ਕਰਦਾ ਉਹ ਹੰਕਾਰੀ ਆ, ਕੁਦਰਤੀ ਗੱਲ ਆ। ਹੁਣ ਇੱਥੇ ਗੱਲ ਗੁਰੂ ਸਾਹਿਬ ਨੇ ਨਾ ਤਾਂ ਮੈਂ ਦੀ ਕੀਤੀ, ਹੰਕਾਰ ਦੀ ਗੱਲ ਕੀਤੀ ਆ, ਤੇ ਨਾ ਹੀ ਗੱਲ ਕਿਸੇ ਆਪਣੇ ਮਤਲਬ ਲਈ ਤੂੰ ਦੀ ਗੱਲ ਕੀਤੀ ਹੈ। ਆਪਣੇ ਮਤਲਬ ਲਈ, ਆਪਣਾ ਮਤਲਬ ਕੀ ਹੁੰਦਾ? ਮੰਨ ਲਓ ਵੀ ਕਈ ਵਾਰ ਕਿਸੇ ਨੂੰ ਗੁੰਮਰਾਹ ਕਰਨ ਦੇ ਲਈ ਮੈਂ ਸ਼ਬਦ ਕੱਟਿਆ ਜਾਂਦਾ, ਤੂੰ ਦੀ ਉੱਥੇ ਆਵਾਜ਼ ਸ਼ੁਰੂ ਹੋ ਜਾਂਦੀ ਹੈ। ਉਦਾਹਰਨ, ਜ਼ਿਆਦਾਤਰ ਠੱਗ ਲੋਕ, ਪਖੰਡੀ ਲੋਕ ਮੂੰਹ ਤੋਂ ਮਿੱਠੇ ਅਜਿਹੀਆਂ ਗੱਲਾਂ ਨੇ ਜਿਹੜੀਆਂ ਸਾਡੇ ਸਾਹਮਣੇ ਕਰ ਜਾਂਦੇ ਨੇ, ਅਸੀਂ ਲੁੱਟੇ ਜਾਂਦੇ ਹਾਂ। ਗੁਰੂ ਸਾਹਿਬ ਦੀ ਨਾ ਤਾਂ ਭਾਵਨਾ ਉਹ ਆ ਵੀ ਸਾਨੂੰ ਉਲਝਾਉਣ, ਠੱਗ ਲੈਣ, ਤੇ ਨਾ ਹੀ ਭਾਵਨਾ ਹੰਕਾਰ ਦੀ ਆ। ਇੱਥੇ ਭਾਵਨਾ ਕੀ ਆ? ਉਹ ਪਰਮਾਤਮਾ ਦੇ ਪ੍ਰਥਾਏ ਸ਼ੁੱਧ ਸਵਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਥਾਏ। ਜਦੋਂ ਪਾਤਸ਼ਾਹ ਨੇ ਬਚਨ ਕਹਿਤਾ ਨਾ ਤੂੰ, ਇਹ ਸੱਚਮੁੱਚੀ ਗੁਰੂ ਪਾਤਸ਼ਾਹ ਤੂੰ ਵੱਲ ਸਾਨੂੰ ਸਾਰਿਆਂ ਨੂੰ ਨਿਗਾਹ ਮਰਵਾ ਰਹੇ ਨੇ। ਸਾਡਾ ਸਾਰਿਆਂ ਦਾ ਧਿਆਨ ਤੂੰ ਵੱਲ ਕਰਾ ਰਹੇ ਨੇ, ਤੇ ਉਹ ਜਿਹੜਾ ਧਿਆਨ ਅਸੀਂ ਕਰਨਾ ਗਾ ਉਹ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਨਹੀਂ ਕਰਨਾ। ਹਿਰਦੇ ਵਿੱਚੋਂ ਸੱਚਮੁੱਚ ਹੀ ਇਹ ਕਹਿਣਾ ਵੀ ਮੇਰਾ ਤਾਂ ਹੈ ਹੀ ਕੁਛ ਨਹੀਂ ਇੱਥੇ। ਤੇ ਵਾਕਈ ਇਸ ਗੱਲ ਤੇ ਗੁਰੂ ਨੂੰ ਪੁੱਛ ਕੇ, ਗੁਰੂ ਨੂੰ ਪੜ੍ਹ ਕੇ, ਗੁਰੂ ਦੀ ਗੱਲ ਇਤਿਹਾਸਕ ਤੱਥ ਸੁਣ ਕੇ ਸਮਝ ਆਉਂਦੀ ਆ ਵੀ ਸੱਚਮੁੱਚ ਹੀ ਗੁਰੂ ਨੇ ਤੂੰ ਦੀ ਜੇ ਆਵਾਜ਼ ਦਿੱਤੀ ਆ, ਤੇ ਉਹਨਾਂ ਨੇ ਇਸ ਗੱਲ ਨੂੰ ਪ੍ਰੈਕਟੀਕਲ ਰੂਪ ਵੀ ਦਿੱਤਾ ਹੈ। ਜੇ ਤੇਰਾ ਕਿਹਾ ਨਾ, ਤੇ ਚੇਤਾ ਰੱਖਿਓ ਸੱਚਮੁੱਚ ਹੀ ਉਹਦਾ ਸਭ ਕੁਛ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸੱਚਮੁੱਚ ਹੀ ਉਹਦਾ। ਕਿਉਂਕਿ ਮੰਨ ਲਓ ਸਾਡੇ ਸਰੀਰ ਦੀ ਜਿਹੜੀ ਬਣਤਰ ਆ, ਉਹਦੇ ਵਿੱਚ ਬੰਦੇ ਦਾ ਆਪਣੇ ਵੱਲੋਂ ਕੋਈ ਡਿਜ਼ਾਈਨ ਬਣਾਉਣ ਦਾ ਕੋਈ ਆਪਣਾ ਰੋਲ ਨਹੀਂ ਹੈ। ਵੀ ਨੱਕ ਮੂੰਹ ਆਪਣੀ ਮਰਜ਼ੀ ਨਾਲ ਲੱਗੇ, ਕੰਨ ਆਪਣੀ ਮਰਜ਼ੀ ਨਾਲ ਲੱਗੇ, ਹੱਥ ਆਪਣੀ ਮਰਜ਼ੀ ਨਾਲ ਲੱਗੇ। ਮੈਂ ਤਾਂ ਉੱਥੇ ਹੀ ਆਉ ਨਾ ਜਿੱਥੇ ਬੰਦੇ ਦੀ ਮਰਜ਼ੀ ਚੱਲੇ। ਹੁਣ ਮਰਜ਼ੀ ਵਾਲਾ ਜਿਹੜਾ ਸਿਸਟਮ ਆਗਾ ਉਹ ਤਾਂ ਸਾਡੇ ਜਨਮ ਤੋਂ ਪਹਿਲਾਂ ਹੀ ਭਾਵ ਗੁਰੂ ਸਾਹਿਬ ਨੇ ਸਾਡਾ ਖਤਮ ਕੀਤਾ ਪਿਆ ਹੈਗਾ। ਪਰ ਜਦੋਂ ਧਰਤੀ ਤੇ ਆ ਗਏ ਉਦੋਂ ਬਾਅਦ ਬੰਦੇ ਨੇ ਮੈਂ ਆਰੰਭ ਕਰ ਦਿੱਤੀ। ਹੁਣ ਦੂਸਰਾ ਪੁਆਇੰਟ ਹੋਰ ਲੈ ਲਓ, ਸਰੀਰ ਦੇ ਨਾਲ ਹੀ ਸੰਬੰਧਿਤ ਵੀ ਸਾਡੇ ਸਰੀਰ ਦਾ ਜਿਹੜਾ ਸਰਕਲ ਆ ਖੂਨ ਦੇ ਨਾਲ ਜੁੜਿਆ ਹੋਇਆ, ਸਵਾਸਾਂ ਨਾਲ ਜੁੜਿਆ ਹੋਇਆ। ਸਵਾਸ ਸਾਡੇ ਆਪਣੇ ਨੇ। ਹੁਣ ਮੰਨ ਲਓ ਸੋਨਾ, ਚਾਂਦੀ, ਹੀਰੇ ਮੋਤੀ, ਜ਼ਮੀਨ, ਪਲਾਟ, ਘਰ ਬੰਦੇ ਨੇ ਖਰੀਦ ਲਿਆ, ਬੰਦੇ ਨਾਂ ਚੜ੍ਹ ਗਈ, ਰਜਿਸਟਰੀ ਹੋ ਗਈ,
ਕਿਸੇ ਵੀ ਚੀਜ਼ ਦੀ ਲਾ ਲਓ, ਕਾਗਜ਼ੀ ਕਾਰਵਾਈ ਹੋ ਗਈ, ਉੱਥੇ ਨਾਮ ਪਾਇਆ ਗਿਆ ਫਲਾਨਾ ਸਿੰਘ। ਜਦੋਂ ਫਲਾਨਾ ਸਿੰਘ ਦਾ ਨਾਮ ਪਾਇਆ ਗਿਆ ਤੇ ਉੱਥੇ ਫਿਰ ਮੈਂ ਆਉਣੀ ਸੁਭਾਵਿਕ ਹੈ। ਮੇਰੀ ਜ਼ਮੀਨ ਸੱਚਾਈ ਹੈ ਨਾ, ਮੇਰਾ ਹੱਕ। ਚਲੋ ਗੁਰੂ ਕਿਰਪਾ ਕਰੇ। ਜਿਹੜੇ ਸਾਹ ਨੇ ਇਹਨਾਂ ਦੀ ਕੋਈ ਕਾਗਜ਼ੀ ਕਾਰਵਾਈ ਨਹੀਂ ਹੈ, ਜੇ ਹੈ ਤਾਂ ਵੇਖੋ। ਇਹਨਾਂ ਸਵਾਸਾਂ ਦੀ ਕੋਈ ਕਾਗਜ਼ੀ ਕਾਰਵਾਈ, ਕੋਈ ਰਜਿਸਟਰੀ ਨਹੀਂ ਹੈ ਵੀ ਤੈਨੂੰ ਇੰਨੇ ਮਿਲੇ ਨੇ ਤੇ ਇਹਨਾਂ ਤੇ ਤੂੰ ਕਬਜ਼ਾ ਕਰ ਲਾ। ਨਾ ਹੀ ਗਿਣਤੀ ਦਾ ਪਤਾ, ਨਾ ਹੀ ਸਾਡਾ ਇਹਨਾਂ ਤੇ ਕਬਜ਼ਾ ਹੋਵੇ। ਇਹ ਤਾਂ ਸੁੱਤੇ ਸਾਰ ਰੱਬੀ ਰਜਾ ਦੇ ਵਿੱਚ ਸਾਡੇ ਨਾਲ ਸਵਾਸ ਨੇ ਜਿਹੜੇ ਉਹ ਜੁੜੇ ਹੋਏ ਨੇ। ਖੂਨ ਦਾ ਸਰਕਲ ਚੱਲਦਾ ਗਾ, ਉਹ ਸਾਨੂੰ ਪੁੱਛ ਕੇ ਨਹੀਂ ਚੱਲਦਾ। ਪੈਰ ਦੇ ਅੰਗੂਠੇ ਤੋਂ ਸਿਰ ਦੇ ਬਾਲ ਤੱਕ ਖੂਨ ਆ ਸਾਡੇ ਸਰੀਰ ਵਿੱਚ ਪਰਿਕਰਮਾ ਕਰਦਾ। ਆਪਣੇ ਆਪ ਸਾਡਾ ਸੁੱਤੇ ਪਿਆਂ ਦਾ ਵੀ ਉਹ ਸਰਕਲ ਚੱਲਦਾ ਰਹਿੰਦਾ, ਸੁੱਤੇ ਪਿਆਂ ਦਾ ਵੀ। ਜਿੱਦੇ ਖੂਨ ਖੜ ਗਿਆ ਉਹਦੇ ਡੈਥ ਆ, ਉਹਦੇ ਬੰਦੇ ਦੀ ਮੌਤ ਆ ਸਰੀਰਕ ਤਲ ਤੇ। ਫਿਰ ਜਿਹੜਾ ਉਹ ਖੂਨ ਦਾ ਸਰਕਲ ਆ ਉਹ ਸਾਡੇ ਅਨੁਸਾਰ ਨਹੀਂ ਹੈ ਵੀ ਸਾਡੀ ਮਰਜ਼ੀ ਚੱਲੂ ਉੱਥੇ, ਵੀ ਅਸੀਂ ਚਾਹੀਏ ਹੱਥਾਂ ਪੈਰਾਂ ਦਾ ਖੂਨ ਦਾ ਸਰਕਲ ਰੋਕ ਦਈਏ ਜਾਂ ਆਪਣੀ ਮਰਜ਼ੀ ਨਾਲ ਚਲਾ ਦਈਏ। ਨਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਖੂਨ ਆ ਜਿਹੜਾ ਸਾਡੇ ਸਰੀਰ ਅੰਦਰ ਪਰਿਕਰਮਾ ਕਰ ਰਿਹਾ ਹੈਗਾ, ਗੇੜਾ ਘੱਤ ਰਿਹਾ ਹੈਗਾ। ਗੱਲ ਕੀ ਆ? ਸਾਡੀ ਮਰਜ਼ੀ ਦੀ। ਉੱਥੇ ਸਾਡੀ ਮਰਜ਼ੀ ਨਹੀਂ, ਨਾ ਸਵਾਸਾਂ ਤੇ ਸਾਡੀ ਮਰਜ਼ੀ ਆ ਵੀ ਇਹਨਾਂ ਤੇ ਸਾਡਾ ਕਬਜ਼ਾ ਹੈਗਾ। ਪੂਰੇ ਵਰਲਡ ਦੇ ਵਿੱਚ ਜਿੰਨੇ ਜੀਵ ਨੇ, ਪੂਰੀ ਦੁਨੀਆ, ਧਰਤੀ, ਅਸਮਾਨ, ਪਤਾਲ, ਜਿੰਨੇ ਵੀ ਜੀਵ ਨੇ, ਸਭ ਨੂੰ ਉਹ ਪਰਮਾਤਮਾ ਸਵਾਸ ਆਪਣੀ ਮਰਜ਼ੀ ਨਾਲ ਦੇ ਰਿਹਾ। ਕਿਸੇ ਦੀ ਹਿੰਮਤ ਨਹੀਂ ਹੈ ਵੀ ਬੰਦਾ ਉੱਥੇ ਹੰਕਾਰ ਕਰ ਲਵੇ ਮੇਰੇ ਸਵਾਸ ਤਾਂ 2 ਕੁਆਟਲ ਨੇ, 4 ਕੁਆਟਲ ਨੇ, 20 ਕੁਆਟਲ ਨੇ, 10 ਟਨ ਨੇ। ਨਾ, ਉੱਥੇ ਮਰਜ਼ੀ ਨਹੀਂ ਹੈ। ਸਾਡੀ ਮਰਜ਼ੀ, ਸਾਡੀ ਮੈਂ ਉੱਥੇ ਨਹੀਂ ਹੈ। ਇੱਕੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ। ਬਸ ਇਸੇ ਭਾਵਨਾ ਨੂੰ ਮੁੱਖ ਰੱਖ ਕੇ ਪੰਜਵੇਂ ਪਾਤਸ਼ਾਹ ਨੇ ਗੱਲ ਕੀਤੀ ਹੈ। ਤੂੰ ਜਿਹੜੀ ਗੱਲ ਹੈ ਨਾ, ਆਪਾਂ ਤੂੰ ਤੇ ਰੁਕ ਗਏ। ਆਪਾਂ ਹੈ ਤੂੰ ਹੋਵਨਹਾਰ। ਅਹੀਂ ਲਿਖਿਆ ਨਾ, ਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਤੂੰ ਹੈ ਹੋਵਨਹਾਰ। ਤੂੰ ਮੇਰਾ ਰਾਖਾ ਸਭਨੀ ਥਾਈ। ਤੂੰ ਕਰਤਾ। ਗੁਰੂ ਪਾਤਸ਼ਾਹ ਇੱਕ ਥਾਂ ਨਹੀਂ, ਅਨੇਕਾਂ ਥਾਂ ਤੇ ਤੂੰ ਕਰਤੇ ਦੀ ਗੱਲ ਕਹਿ ਰਹੇ ਨੇ। ਭਾਵ ਤੂੰ ਕਰ। ਜਿੰਨਾ ਟਾਈਮ ਮੈਂ ਆ ਜਾਂ ਸਾਡੇ ਅੰਦਰ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਤੂੰ ਦੀ ਆਵਾਜ਼ ਆਉਂਦੀ ਆ, ਉਹਨਾਂ ਟਾਈਮ ਸਾਡੇ ਜੀਵਨ ਦੀ ਗਤ ਨਹੀਂ ਹੋਣੀ, ਸਾਡਾ ਜੀਵਨ ਪਾਸ ਨਹੀਂ ਹੋਣਾ। ਜਦੋਂ ਸਵਾਰਥ ਦੀ ਕੰਧ ਟੁੱਟ ਗਈ, ਸਵਾਰਥ ਦਾ ਸਾਡੇ ਅੰਦਰੋਂ ਪੱਖ ਨਿਕਲ ਗਿਆ, ਸਾਡੇ ਅੰਦਰੋਂ ਮੈਂ ਵੀ ਖਤਮ ਹੋ ਗਈ, ਤੇ ਉਸ ਟਾਈਮ ਤੇ ਸੱਚਮੁੱਚ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਬਣ ਜਾਵਾਂਗੇ। ਫਿਰ ਸਾਡੇ ਸਮਾਜ ਵਿੱਚ ਕੋਈ ਛੋਟਾ ਕੋਈ ਵੱਡਾ ਸਾਨੂੰ ਨਜ਼ਰ ਨਹੀਂ ਆਵੇਗਾ। ਫਿਰ ਪਾਤਸ਼ਾਹ ਨੇ ਲਿਖਿਆਗਾ, ਤੂੰ ਠਾਕਰੋ। ਪਹਿਲਾਂ ਆਪਾਂ ਇੰਨੀ ਕੁ ਵਿਚਾਰ ਤੂੰ ਤੇ ਕੀਤੀ ਹੈ ਨਾ, ਵੀ ਸੱਚੀ ਵਿੱਚ ਹੀ ਸਾਡੇ ਜੀਵਨ ਵਿੱਚ ਤੂੰ ਦਾ ਪਸਾਰਾ, ਤੂੰ ਬਾਹਲੀ ਵੱਡੀ ਆ। ਤੂੰ ਇੱਕ ਪਰਮਾਤਮਾ ਵੱਲ ਉਂਗਲ ਕਰਨੀ ਆਪਾਂ ਬਸ। ਇੱਥੇ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਰੂਪ ਜ਼ਿਕਰ ਕਰਦੇ ਨੇ, ਕਹਿੰਦੇ ਤੂੰ ਠਾਕਰੋ। ਫਿਰ ਗੱਲ ਕੀਤੀ ਹੈ ਠਾਕਰੋ। ਇੱਥੇ ਠਾਕਰ ਪੱਥਰ, ਠਾਕੁਰ ਪਰਮਾਤਮਾ, ਠਾਕੁਰੋ ਮਾਲਕ ਪਰਮਾਤਮਾ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਮਾਤਮਾ ਜੀ, ਤੂੰ ਖੁਦ ਹੀ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਤਿੱਥੋਂ ਬਿਨਾਂ ਹੋਰ ਕੋਈ ਪਾਲਣ ਵਾਲਾ ਨਹੀਂ ਹੈ। ਤੂੰ ਠਾਕਰੋ, ਤੂੰ ਸਭ ਦਾ ਮਾਲਕ ਹੈ, ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਤੂੰ ਹੀ ਰਿਜ਼ਕ ਖੋਣ ਵਾਲਾ ਹੈ, ਤੂੰ ਹੀ ਸਵਾਸ ਦੇਣ ਵਾਲਾ ਹੈ, ਤੂੰ ਹੀ ਸਾਡੇ ਅੰਦਰ ਖੂਨ ਦਾ ਸਰਕਲ ਚਲਾਉਣ ਵਾਲਾ ਹੈ। ਤੇਥੋਂ ਬਿਨਾਂ ਸਾਡੇ ਸਰੀਰ ਨੂੰ ਕੋਈ ਚਲਾ ਨਹੀਂ ਸਕਦਾ। ਤੂੰ ਹੈ ਬਸ।
ਹੁਣ ਜੇ ਆਪਾਂ ਇੱਥੋਂ ਤੱਕ ਪਹੁੰਚੇ ਆ ਨਾ, ਜੇ ਆਪਾਂ ਬੋਲ ਵੀ ਰਹੇ ਆ, ਸੁਣ ਵੀ ਰਹੇ ਆ, ਤਾਂ ਵੀ ਤੂੰ ਦੀ ਕਿਰਪਾ। ਇੱਥੇ ਜੇ ਕਹੀਏ ਨਾ ਮੈਂ, ਨਾ ਮੇਰੀ ਕਿਰਪਾ ਥੋੜੀ ਆ। ਆਪਾਂ ਆਪਣੇ ਆਪ ਨੂੰ ਕਹੀਏ ਮੈਂ ਆਇਆ, ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਬਾਣੀ ਪੜ੍ਹੀ, ਮੈਂ ਸੁਣੀ ਬਾਣੀ, ਮੈਂ ਵਿਚਾਰ ਕੀਤੀ, ਮੈਂ ਵਿਚਾਰ ਸੁਣੀ, ਨਾ ਮੈਂ ਦੀ ਤਾਂ ਗੱਲ ਹੀ ਨਹੀਂ। ਗੱਲ ਕਿਹਦੀ ਹੈ? ਤੂੰ ਦੀ ਗੱਲ ਆ। ਉਹ ਵਾਹਿਗੁਰੂ ਨੇ, ਮਾਲਕ ਨੇ ਕਿਰਪਾ ਕੀਤੀ, ਤੂੰ ਠਾਕੁਰੋ। ਫਿਰ ਕਿਹਾ ਵੈਰਾਗਰੋ। ਫਿਰ ਪਾਸੇ ਜ਼ਿਕਰ ਕਰਦੇ ਨੇ, ਕਹਿੰਦੇ ਵੈਰਾਗਰੋ। ਵੈਰਾਗਰੋ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮਾਲਕ ਆ ਨਾ, ਇੱਕ ਪਰਮਾਤਮਾ। ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮਾਲਕ ਹੈ, ਉਹ ਹੈ ਇੱਕ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀ। ਤੇ ਜਿਹੜਾ ਸਭ ਤੋਂ ਵੱਡਾ ਨਾ ਪਰਮਾਤਮਾ, ਉਹਨੇ ਬਹੁਤ ਕੁਝ ਪੈਦਾ ਕੀਤਾ, ਬਹੁਤ ਜ਼ਿਆਦਾ ਕੁਝ ਪੈਦਾ ਕੀਤਾ, ਪਰ ਆਪ ਉਹ ਪੈਦਾ ਕਰਨ ਤੋਂ ਬਾਅਦ, ਪੈਦਾ ਕਰ ਵੀ ਰਿਹਾ, ਇਹ ਸਰਕਲ ਚੱਲ ਵੀ ਰਿਹਾ ਅੱਜ, ਪੈਦਾ ਕਰਨ ਤੋਂ ਬਾਅਦ ਆਪ ਉਹ ਕਿਸੇ ਵੀ ਵਸਤੂ ਦੇ ਵਿੱਚ ਖੁੱਭਿਆ ਨਹੀਂ ਹੈ। ਖੁੱਭਣ ਤੋਂ ਭਾਵ ਕਿਸੇ ਵਸਤੂ ਨੂੰ ਉਹਨੇ ਵਿਸ਼ੇਸ਼ ਨਹੀਂ ਮੰਨਿਆ। ਕਿਸੇ ਵਸਤੂ ਦੀ ਉਸ ਪਰਮਾਤਮਾ ਤੇ ਦਬਾਅ ਨਹੀਂ ਪਏਗੀ, ਪ੍ਰੈਸ਼ਰ ਨਹੀਂ ਪਿਆਗਾ। ਤੂੰ ਠਾਕੁਰੋ ਵੈਰਾਗਰੋ। ਵੈਰਾਗਰੋ ਤੋਂ ਭਾਵ ਉਹਦੇ ਤੇ ਕਿਸੇ ਵੀ ਪਦਾਰਥ ਦਾ ਕੋਈ ਅਸਰ ਨਹੀਂ, ਉਹ ਵਾਸ਼ਨਾ ਰਹਿਤ ਹੈ। ਹੁਣ ਚੇਤਾ ਰੱਖਿਓ, ਬੰਦਾ ਸਾਰੀਆਂ ਜੂਨਾਂ ਦੇ ਨਾਲੋਂ ਉੱਤਮ ਮੰਨਿਆ ਗਿਆ, ਵੱਡਾ ਮੰਨਿਆ ਗਿਆ ਸਭ ਤੋਂ। ਤੇ ਪਰ ਬੰਦੇ ਨੇ ਬਹੁਤ ਕੁਝ ਬਣਾਇਆ, ਐਸੀ ਗੱਲ ਨਹੀਂ ਵੀ ਨਹੀਂ ਬਣਾਇਆ, ਪਰ ਬਣਾਇਆ ਉਹ ਪਰਮਾਤਮਾ ਨੇ ਜਦੋਂ ਦਿਮਾਗ ਦਿੱਤਾ ਤਾਂ ਬਣਾਇਆ। ਹੁਣ ਜਿਹੜੇ ਬੰਦੇ ਨੇ ਸਭ ਕੁਝ ਸਭ ਕੁਝ ਨਹੀਂ, ਬਹੁਤ ਕੁਝ ਬਣਾਇਆ। ਪਰਮਾਤਮਾ ਨੇ ਸਭ ਕੁਝ ਬਣਾਇਆ, ਬੰਦੇ ਨੇ ਬਹੁਤ ਕੁਝ। ਹੁਣ ਜਦੋਂ ਬੰਦੇ ਨੇ ਬਹੁਤ ਕੁਝ ਬਣਾਇਆ ਤੇ ਕੁਦਰਤੀ ਸੁਭਾਅ, ਬਿਰਲੇ ਵੀਰਾਂ ਨੂੰ ਛੱਡ ਕੇ, ਬਿਰਲੇ ਰੱਬੀ ਪਿਆਰਿਆਂ ਨੂੰ ਛੱਡ ਕੇ, ਬੰਦਾ ਵਾਸ਼ਨਾ ਦੇ ਗੁਲਾਮ ਹੋ ਜਾਂਦਾ। ਬੰਦਾ, ਫਿਰ ਮੈਂ ਦੁਬਾਰਾ ਰਿਪੀਟ ਕਰਦਾ ਇਹੀ ਪੁਆਇੰਟ, ਵਾਸ਼ਨਾ ਦੇ ਗੁਲਾਮ ਹੋ ਜਾਂਦਾ। ਇੱਥੇ ਲਿਖਿਆ ਵੈਰਾਗਰੋ। ਪਰਮਾਤਮਾ ਸਭ ਤੋਂ ਵੱਡਾ ਹੈ, ਉਹਨੇ ਸਭ ਕੁਝ ਹੀ ਬਣਾ ਦਿੱਤਾ। ਕੀ ਛੋਟਾ, ਕੀ ਵੱਡਾ, ਕੀ ਗੁਲਾਬ ਦਾ ਫੁੱਲ, ਕਮਲ ਦਾ ਫੁੱਲ, ਕੀ ਸੋਹਣੇ ਪਰਿਵਾਰ, ਸੋਹਣੇ ਜੀਵ, ਕਿੰਨਾ ਕੁਝ ਬਣਾ ਦਿੱਤਾ। ਸੋਹਣਾ ਰੰਗ ਰੂਪ ਮਨੁੱਖ ਨੂੰ ਦਿੱਤਾ, ਬੰਦੇ ਨੂੰ ਦਿੱਤਾ, ਭੈਣਾਂ ਨੂੰ ਰੰਗ ਰੂਪ। ਉਹ ਪਰਮਾਤਮਾ ਨੇ ਇੰਨਾ ਸੁੰਦਰ ਇਹ ਪੂਰੇ ਦਾ ਪੂਰਾ ਸੰਸਾਰ ਬਣਾਇਆ। ਤੇ ਹੁਣ ਚੇਤਾ ਰੱਖਿਓ, ਇੰਨਾ ਸੁੰਦਰ ਬਣਾ ਕੇ ਉਹ ਸੁੰਦਰਤਾ ਦੇ ਗੁਲਾਮ ਨਹੀਂ ਹੋਇਆ। ਇਹ ਗੱਲ ਦੇਖਣ ਵਾਲੀ ਹੈ, ਜਿਹੜੀ ਗੱਲ ਵੇਖਣ ਵਾਲੀ ਨੇ ਵਿੱਚੋਂ ਉਹ ਆ ਗਈ। ਹੁਣ ਮੰਨ ਲਓ ਦੁਨੀਆ ਦੇ ਵਿੱਚ ਸਰੀਰ ਪੈਦਾ ਹੋਏ, ਤੇ ਪਰ ਬਿਰਲੇ ਬਿਰਲੇ ਰੱਬ ਦੇ ਪਿਆਰਿਆਂ ਨੂੰ ਛੱਡ ਕੇ ਨਹੀਂ, ਅੱਜ ਹਰੇਕ ਬੰਦਾ ਕੁਝ ਪੁਆਇੰਟਾਂ ਦੇ ਗੁਲਾਮ ਆ। ਜਿਹੜੀ ਮੇਨ ਗੱਲ ਆ, ਸਰੀਰ ਦੇ ਗੁਲਾਮ ਆ। ਜਿਹਨੂੰ ਆਪਾਂ ਕਹਿ ਲਈਏ ਚੰਮ ਦਾ ਗੁਲਾਮ ਆ ਬੰਦਾ, ਤੇ ਦਮ ਦਾ ਗੁਲਾਮ ਆ। ਦੁਨੀਆ ਦੇ ਵਿੱਚ ਲੜਾਈ ਹੁੰਦੀ ਹੈ ਨਾ, ਜਰ ਜੋਰੂ ਜ਼ਮੀਨ। ਹੁਣ ਆਪਾਂ ਨੂੰ ਪਤਾ ਨਾ ਵੀ ਦੁਨੀਆ ਦੇ ਵਿੱਚ ਜਿਹੜੀ ਲੜਾਈ ਹੈ ਇਹ 3 ਪੁਆਇੰਟਾਂ ਤੇ ਖੜੀ ਆ। ਪੈਸੇ ਕਰਕੇ, ਜੋਰੂ ਔਰਤ ਕਰਕੇ, ਤੇ ਜ਼ਮੀਨ ਕਰਕੇ। ਹੁਣ ਇਤੋਂ ਸਿੱਧ ਕੀ ਹੋ ਗਿਆ ਵੀ ਸਾਨੂੰ ਜ਼ਮੀਨ ਦੀ ਵਾਸ਼ਨਾ, ਜੋਰੂ ਔਰਤ ਦੀ ਵਾਸ਼ਨਾ, ਤੇ ਸਾਨੂੰ ਪੈਸੇ ਦੀ ਵਾਸ਼ਨਾ ਚੁੰਬੜ ਗਈ। ਪਰਮਾਤਮਾ ਨੇ ਸਭ ਕੁਝ ਬਣਾ ਕੇ ਵੀ ਆਪਣੇ ਆਪ ਨੂੰ ਨਿਰਲੇਪ ਰੱਖਿਆ। ਬੰਦੇ ਨੇ ਥੋੜਾ ਕੁਝ ਹੀ ਬਣਾਇਆ, ਤੇ ਪਰ ਆਪਣੇ ਆਪ ਨੂੰ ਨਿਰਲੇਪ ਨਹੀਂ ਕਰ ਸਕਿਆ। ਹੁਣ ਇੱਥੇ ਅਗਲੀ ਗੱਲ ਆ ਨਾ ਜਿਹੜੀ, ਉਹ ਆਪਾਂ ਇਹ ਵੇਖ ਸਕਦੇ ਆ, ਹਰ ਕੋਈ ਬੰਦਾ ਬਿਰਲਿਆਂ ਨੂੰ ਛੱਡ ਕੇ ਅੱਜ ਕਿਸੇ ਨਾ
ਕਿਸੇ ਚੀਜ਼ ਦਾ ਗੁਲਾਮ ਆ। ਮਾਫ ਕਰਨਾ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਇੱਕ ਹਿੰਟ ਦੇ ਰੂਪ ਵਿੱਚ ਆਪਾਂ ਦ੍ਰਿਸ਼ਟਾਂਤ ਦੇਣਾਗਾ, ਉਸ ਤੋਂ ਅੱਗੇ ਤੁਸੀਂ ਆਪ ਹੀ ਖੁਦ ਜੋੜ ਲਿਓ। ਅੱਜ ਬੰਦਾ ਆਪਣੀਆਂ ਅੱਖਾਂ ਦੇ ਗੁਲਾਮ ਹੋ ਗਿਆ। ਵੈਸੇ ਅੱਖਾਂ ਪਰਮਾਤਮਾ ਨੇ ਬਣਾਈਆਂ ਨੇ, ਬੰਦੇ ਨੇ ਨਹੀਂ ਬਣਾਈਆਂ। ਅੱਖਾਂ ਦੀ ਦ੍ਰਿਸ਼ਟੀ ਮਾੜੇ ਥਾਂ ਤੇ ਰੱਖ ਕੇ, ਪੈਸੇ ਤੇ ਰੱਖ ਲਈ, ਚਾਹੇ ਜੋਰੂ ਤੇ ਰੱਖ ਲਈ, ਚਾਹੇ ਜ਼ਮੀਨ ਤੇ ਰੱਖ ਲਈ, ਬੰਦਾ ਗੁਲਾਮ ਹੋ ਗਿਆ। ਜ਼ਮੀਨ ਕਰਕੇ ਕਤਲ ਹੋ ਜਾਂਦੇ ਆ, ਸਰੀਰਾਂ ਕਰਕੇ ਕਤਲ ਹੋ ਜਾਂਦੇ ਆ, ਪੈਸੇ ਕਰਕੇ ਕਤਲ ਹੋ ਜਾਂਦੇ ਆ। ਇਥੋਂ ਸਿੱਧ ਕੀ ਹੁੰਦਾ ਵੀ ਸਾਨੂੰ ਵਾਸ਼ਨਾ ਚੁੰਬੜੀ ਹੋਈ ਆ, ਵਾਸ਼ਨਾ ਕਰਕੇ ਕਤਲ ਆ ਨਾ। ਜਿੰਨੀਆਂ ਦੁਨੀਆ ਦੇ ਵਿੱਚ ਲੜਾਈਆਂ ਨੇ, ਕੇਵਲ ਤੇ ਕੇਵਲ ਗੁਰੂ ਨਾਨਕ ਦੇ ਸਿਧਾਂਤ ਨਾਲ ਜੁੜੀਆਂ ਹੋਈਆਂ ਲੜਾਈਆਂ ਨੂੰ ਛੱਡ ਕੇ, ਜਿਹੜੀ ਜੰਗ ਗੁਰੂ ਨਾਨਕ ਨੇ ਸ਼ੁਰੂ ਕੀਤੀ ਹੈ ਨਾ, ਉਹ ਜੰਗ ਨੂੰ ਛੱਡ ਕੇ ਤੇ ਬਾਕੀ ਦੀਆਂ ਜਿੰਨੀਆਂ ਜੰਗਾਂ ਨੇ ਉਹ ਵਾਸ਼ਨਾ ਦੇ ਨਾਲ ਜੁੜੀਆਂ ਹੋਈਆਂ ਨੇ। ਕਿਸੇ ਨੂੰ ਸਰੀਰ ਦੀ ਵਾਸ਼ਨਾ, ਕਿਸੇ ਨੂੰ ਪੈਸੇ ਨੂੰ, ਕਿਸੇ ਨੂੰ ਜ਼ਮੀਨ ਦੀ। ਉਦੋਂ ਅੱਗੇ ਆਪਾਂ ਇਸ ਗੱਲ ਨੂੰ ਵੱਡੀ ਕਰ ਸਕਦੇ ਹਾਂ। ਪਰ ਜਿਹੜੀ ਗੱਲ ਪੰਜਵੇਂ ਪਾਤਸ਼ਾਹ ਨੇ ਕਿ ਪ੍ਰਮਾਤਮਾ ਜਿਹੜਾ ਹੈ ਉਹ ਵਾਸ਼ਨਾ ਤੋਂ ਰਹਿਤਾ ਭਾਈ। ਤੂੰ ਠਾਕੁਰੋ ਬੈਰਾਗਰੋ ਮੈਂ ਜਿਹੀ ਤੋਂ ਮੇਰੇ ਵਰਗੀ, ਮੈਂ ਜਿਹੀ ਘਣ ਚੇਰੀ ਰਾਮ। ਕਾਸ਼ ਕਿਤੇ ਮੈਂ ਅਜਿਹੇ ਪ੍ਰਮਾਤਮਾ ਦੀ ਦਾਸੀ ਬਣ ਜਾਵਾਂ। ਮੈਂ ਜਿਹੀ ਘਣ ਚੇਰੀ ਰਾਮ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਹੇ ਪ੍ਰਮਾਤਮਾ ਜੀ, ਮੇਰੇ ਤੇ ਕਦੇ ਅਜਿਹੀ ਬਖਸ਼ਿਸ਼ ਹੋ ਜਾਵੇ ਤੇ ਮੈਂ ਤੇਰੀ ਚੇਰੀ ਬਣ ਜਾਵਾਂ। ਫਿਰ ਮੈਂ ਦੁਬਾਰਾ ਇਹੀ ਪੰਕਤੀ ਰਿਪੀਟ ਕਰੂੰਗਾ, ਦੁਬਾਰਾ ਪੂਰੇ ਧਿਆਨ ਦੇ ਨਾਲ ਸੁਣਿਓ। ਤੂੰ ਠਾਕੁਰੋ, ਤੂੰ ਤੇ ਆਪਾਂ ਵਿਚਾਰ ਕਰ ਲਈ ਵੀ ਤੂੰ ਕਹਿਣਾ ਬਹੁਤ ਔਖਾ। ਜਿਨ੍ਹਾਂ ਨੇ ਕਿਹਾ ਹਿਰਦੇ ਦੇ ਵਿੱਚੋਂ ਨਾ ਸੱਚਮੁੱਚ ਕਿਹਾ, ਤੇ ਉਹ ਤੂੰ ਕਹਿਣ ਵਾਲੇ ਤੂੰ ਦੇ ਵਿੱਚ ਸਮਾ ਗਏ। ਨਹੀਂ ਤਾਂ ਇੱਥੇ ਦੁਨੀਆ ਦੇ ਵਿੱਚ ਮੈਂ ਦਾ ਗਾਣਾ ਗਾਇਆ ਜਾਂਦਾ ਹੈਗਾ। ਤੂੰ ਠਾਕੁਰੋ ਮਾਲਕ ਬੈਰਾਗਰੋ ਨਿਰਲੇਪ ਵਾਸ਼ਨਾ ਤੋਂ ਰਹਿਤ। ਤੇ ਜੇ ਪਰਮਾਤਮਾ ਵਾਸ਼ਨਾ ਤੋਂ ਰਹਿਤ ਤਾਂ ਉਹਨੇ ਸਾਨੂੰ ਵੀ ਵਾਸ਼ਨਾ ਤੋਂ ਰਹਿਣ ਦੀ ਤਕੀਦ ਕੀਤੀ ਹੈ, ਹੁਕਮ ਕੀਤਾ ਵੀ ਤੂੰ ਵੀ ਵਾਸ਼ਨਾ ਤੋਂ ਰਹਿਤ ਹੋ ਜਾ। ਫਿਰ ਅੱਗੇ ਤੂੰ ਠਾਕੁਰੋ ਤੂੰ ਬੈਰਾਗਰੋ ਮੈਂ ਜਿਹੀ ਮੇਰੇ ਵਰਗੀ। ਮੈਂ ਇੱਥੇ ਹੰਕਾਰ ਵਾਲੀ ਮੈਂ ਨਹੀਂ, ਇੱਥੇ ਮੈਂ ਮਤਲਬ ਆਪਣੇ ਵੱਲ ਹੱਥ ਕੀਤਾ। ਮੈਂ ਇੱਕ ਹੰਕਾਰ ਵਾਲੀ ਮੈਂ ਹੈ ਨਾ, ਇੱਥੇ ਹੰਕਾਰ ਵਾਲੀ ਮੈਂ ਨਹੀਂ, ਇੱਥੇ ਮੈਂ ਭਾਵ ਮੇਰਾ ਸਰੀਰ। ਮੈਂ ਜਿਹੀ ਮੇਰੇ ਵਰਗੀ, ਜਿਹੀ ਤੋਂ ਭਾਵ ਮੇਰੇ ਵਰਗੀ। ਮੈਂ ਜਿਹੀ ਘਣ ਚੇਰੀ ਰਾਮ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨਾ ਘਣ ਅਨੇਕਾਂ। ਘਣ ਤੋਂ ਭਾਵ ਕੀ ਹੈ? ਅਨੇਕਾਂ, ਬਹੁ ਗਿਣਤੀ, ਜਿਹਦਾ ਗਿਣਤੀ ਦੇ ਵਿੱਚ ਕੋਈ ਵੀ ਅਨਸਰ ਨਹੀਂ ਮਿਲਦਾ ਵੀ 5 ਲਿਖੀਏ, 50 ਲਿਖੀਏ, 500 ਲਿਖੀਏ ਜਾਂ 5000, 5 ਲੱਖ, 5 ਕਰੋੜ, ਕਿੰਨਾ ਲਿਖੀਏ? ਅਣਗਿਣਤ। ਘਣ ਚੇਰੀ ਰਾਮ। ਹੇ ਪ੍ਰਮਾਤਮਾ ਜੀ, ਮੇਰੇ ਵਰਗੀਆਂ ਰੂਹਾਂ ਨਾ ਦਾਸੀਆਂ ਤੇਰੇ ਦਰ ਤੇ ਖੜ ਕੇ ਤੇਰੀਆਂ ਦਾਸੀਆਂ ਬਣਨ ਦੇ ਲਈ ਤਿਆਰ ਬਰ ਤਿਆਰ ਨੇ, ਪਰ ਬਣ ਨਹੀਂ ਰਹੀਆਂ। ਹੁਣ ਇੱਥੇ ਥੋੜੀ ਜਿਹੀ ਵਿਚਾਰ ਨਾ ਆਪਾਂ ਸੰਖੇਪ ਜਿਹੀ ਵਿਚਾਰ ਦਾਸੀ ਤੇ ਕਰਨੀ ਆ। ਦਾਸੀ ਜਾਂ ਦਾਸ। ਦਾਸ ਜਾਂ ਦਾਸੀ ਦਾ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀਤਾ, ਜੋ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਵਿਦਵਾਨ ਆ। ਸਾਨੂੰ ਮਾਣ ਹੋਣਾ ਚਾਹੀਦਾ, ਸਾਡੀ ਕੌਮ ਦੇ ਵਿੱਚ ਬੜੇ ਵੱਡੇ ਵੱਡੇ ਸਕਾਲਰ ਬੈਠੇ ਨੇ, ਬੜੇ ਵੱਡੇ ਵੱਡੇ ਵਿਦਵਾਨ ਬੈਠੇ ਨੇ, ਪਰ ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ। ਅੱਜ ਬਾਬਿਆਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ, ਜਿਨ੍ਹਾਂ ਦੀ ਸਾਡੇ ਸੰਸਾਰ ਨੂੰ ਕੋਈ ਦੇਣ ਨਹੀਂ। ਜਿਹੜੇ ਨਾ ਮਾੜੇ ਕੰਮ ਕਰਦੇ ਕਰਦੇ ਮਰ ਗਏ, ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਅੱਜ ਸੋਚ ਕੇ ਦੇਖੋ,
बड़े चाह दे नाल धूम धाम दे नाल खंड पाठ सहज पाठ बड़े 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 उन्हां बाबियां दे नां ते लंगर लाए जांदे आ। पर अपने अंदर ही ध्यान मार के वेखो भाई काहन सिंह नाभे वर्गियां दीयां बरसियां मनाउणीਆਂ, उन्हां दे दिन मनाउणे, जन्म दिहाड़े मनाउणे, ਉਹ ਸਾਡਾ हक बनदा। पर कदे वो मनाए आ ना, कदे भी नहीं मनाए है ना। सोच के देखो भाई काहन सिंह नाभा दा पिंड किहड़ा हैगा, पित्थो अपने नेड़े ही है ना। चलो वो नाभा पिंड दे विच नाभे रहिंदे ने, नाभे रहण करके उन्हां दा नाम पै गया भाई काहन सिंह नाभा। पिछोकड़ उन्हां दा पित्थों नाल जुड़दा ते शायद एडा वड्डा विद्वान आ जिहदे बारे बहुत घट इउं कह लो भी सानू पता भी इन्ना चंगा विद्वान आ। कल्ले कल्ले अखर ते कल्ले कल्ले ना अखर ते उन्होंने सर्च कीती आ भी इहदा मतलब की आ, इहदे मतलब किन्ने बन गए, इहदा की अर्थ बन गया, किन्नी तकड़ी खोज आ गई। चलो वाहिगुरू भला करे। हुण उन्हां ने दास जां दासी दे अर्थ इउं कीते ने, सेवक, चेला, सरदालू, गुलाम। पर गुरु पातशाह जी इन सारे लफजां नूं ले लिया भी ठीक आ, इन्हां च कोई भी नहीं गलत हैगा। उस तो बाद हुण दास दा अर्थ की बन गया, नीवा, गुलाम। चेला बन गया ना। हुण दुनिया दे विच नीवे नूं प्यार नहीं कीता जांदा। मान लो एक उदाहरण, गरीब बंदा पिंड दे विच कोई नीवा कर्म करे, मान लो पिंड दे विच ना एक जमादार वीर नालियां साफ करे ते सारे उतों पासा वटदे ने। माफ करना, कोई बिरली भैन होवेगी जो सत्कार देवेगी, नफरत नहीं करेगी। कोई बिरला वीर होवेगा जिहड़ा नफरत नहीं करेगा। नहीं, साडा सारियां दा सुभाअ नफरत करांगे असीं। भावें तुसीं ना चुप करके ये रिपोर्ट आ जिहड़ी खुद आप तैयार कर सकदे हो, पिंडां चों सुण सकदे हो। आम ही आम जी गल आ, कोई बाहली वड्डी गल नहीं। अच्छा, जे ओदी थां ते कोई, उसे दी थां ते कोई अपनी ही नाली, सीवरेज वाली नाली कोई अमीर बंदा साफ करे ना, ते मेरे वर्गा उन्होंने जाके हटाउंदा, ना जी तुसीं ना काम करो, ले मैं कर लैना काम। काम उही आ, उन्होंने नफरत, उहदे शरीर नूं भी नफरत, उन्होंने भंगी कह के, उन्होंने होर लफज बोल के, चूड़ा चमार बोल के उन्होंने भंडिया गया। ते जे कोई थोड़ा जिहा ना अमीर आ, सौखा गा, वो यही काम करे, करदा हर कोई करदा गा, वो यही काम करे ते उन्होंने लोग सत्कार दिंदे ने। हुण सोच के देखियो की गल बन गई। हुण गुरु नानक साहब नूं ये गल चंगी नहीं लगी। वो कहंदा जरा इन्ना बितकरा, कहंदा कोई थोड़ा जिहा सौखा काम करे उन्होंने लोग सत्कार दिंदे ने, बड़ा चंगा। वो तो अखबार ते खबर भी लग जाती, झाड़ू हत्थ च फड़ा के ना अखबार ते खबर, चैनल ते मीडिया वाले दिखाउंदे ने उन्होंने, आ देखो जी फलाना बाबा था ना सफाई करदा फिरदा गा। ये सफाई थोड़ी हुंदी हैगी। सफाई तो जिहड़ा करदा ना उहदी खबर ला, जे तेरे च हिम्मत आ उहदी मीडिया विच लेके आ गलबात। जे तेरे च हिम्मत आ, जिहड़ा सीवरेज दे ढक्कण चक के ना हो सकदा उहनूं गंदे पानी दे विच भी वड़ना पै जे, उहदी खबर ला जे लाउणी आ तां। फिर बाबे नानक ने आ हाल अज नहीं, ये हाल उदों भी सी। ये अखां दे नाल सारा कुछ देखिया। गुलाम नूं, सेवक नूं, दास नूं, दासी नूं बहुत वड्डे पद्धर ते नीवा करके दिखाया गया, उन्होंने नीच करके रखा गया। फिर गुरु साहब ने ना इस लफज नूं बाणी च दर्ज करता। जिहड़े लफज तो लोकां नूं परेशानी है ना, नौकर तो परेशानी आ, सेवक तो परेशानी आ, दास दासी तो परेशानी आ, ये लफज ही गुरु साहब ने बाणी च ऐड कर दिता। हुण इत्थे कहना बनदा, वाओ बाबा नानका तेरे वर्गा दुनिया दे विच तां कोई है ही नहीं। उदां फोटो देख के नहीं कहना आपां, बाबे नानक नूं सुन के, बाबे नानक नूं पढ़ के उहदे च खास की आ, फिर कहना भी तेरे वर्गा तां कोई भी नहीं है।
ਤੇ ਜਿੰਨਾ ਟਾਈਮ ਬੰਦੇ ਨੂੰ ਆਪਾਂ ਸੁਣਦੇ ਨਹੀਂ, ਜਿੰਨਾ ਟਾਈਮ ਆਪਾਂ ਬੰਦੇ ਨੂੰ ਵੇਖਦੇ ਨਹੀਂ ਆਪਣੀ ਅੱਖ ਦੇ ਨਾਲ, ਉਹਨਾਂ ਟਾਈਮ ਆਪਾਂ ਕਹਿ ਨਹੀਂ ਸਕਦੇ ਵੀ ਇਹ ਕੀ ਕੁਆਲਿਟੀ ਦਾ ਗਾ। ਥੋੜੀ ਕੁਆਲਿਟੀ ਦਾ, ਚੰਗੀ ਦਾ। ਤਾਈਓ ਗੁਰੂ ਸਾਹਿਬ ਨੇ ਕਿਹਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀ ਅੰਨ, ਤਿੱਥੈ ਨਦਰ ਤੇਰੀ ਬਖਸ਼ੀਸ। ਹੁਣ ਗੁਰੂ ਸਾਹਿਬ ਨੇ ਤਾਈਓ ਵਚਨ ਉਚਾਰਨ ਕੀਤਾ ਨਾ ਵੀ ਪਰਮਾਤਮਾ ਦੀ, ਜਾਂ ਆਪਾਂ ਇਹ ਮੰਨ ਲਓ ਗੁਰੂ ਨਾਨਕ ਦੀ ਨਿਗਾਹ ਤਾਂ ਉੱਥੇ ਆ ਜਿੱਥੇ ਜਿਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੇ ਕਰਮ ਕਰਕੇ ਨਫ਼ਰਤ ਕੀਤੀ ਗਈ ਨਾ, ਉਹਦੇ ਕੰਮ ਕਰਕੇ ਨਫ਼ਰਤ ਕੀਤੀ ਗਈ। ਬਾਬਾ ਨਾਨਕ ਕਹਿੰਦਾ ਆ ਤੈਨੂੰ ਨਾ ਮੈਂ ਬੜੇ ਪਿਆਰ ਦੇ ਨਾਲ ਆਪਣੀ ਗੋਦ 'ਚ ਬਹਾਊਂਗਾ, ਤੈਨੂੰ ਮੈਂ ਦੁਰਕਾਰਦਾ ਨਹੀਂ ਹਾਂ। ਆਪਾਂ ਬਾਬੇ ਨਾਨਕ ਦਾ ਇਤਿਹਾਸ ਸੁਣਿਆਗਾ। ਬੇਬੇ ਨਾਨਕੀ ਨੂੰ ਨਾ ਇੱਕ ਦਿਨ ਗੁਰੂ ਨਾਨਕ ਸਾਹਿਬ ਕਹਿੰਦਾ ਬੇਬੇ ਨਾਨਕੀ, ਤੂੰ ਨਾ ਮੈਂ ਜਦੋਂ ਆਉਣਾ ਜਾਂਦਾ ਹਾਂ, ਤੂੰ ਮੇਰੇ ਗੋਡੀ ਹੱਥ ਜਾਂ ਪੈਰੀ ਹੱਥ ਲਾ ਦਿੰਨੀ ਆ, ਲਾਇਆ ਨਾ ਕਰ। ਤੂੰ ਮੇਰੇ ਨਾਲੋਂ ਵੱਡੀ ਆ, 5 ਸਾਲ ਵੱਡੀ ਆ। ਆਪਣੀ ਵੀ ਆਮ ਹੀ ਕਹਾਵਤ ਆ ਨਾ ਭਾਈ, ਕੁੜੀਆਂ ਤੋਂ ਪੈਰੀ ਹੱਥ ਨਹੀਂ ਲਵਾਉਂਦੇ ਹੁੰਦੇ ਨਾ, ਆਪਾਂ ਆਮ ਹੀ ਕਹਿ ਦਿੰਦੇ ਆ ਗੱਲ। ਬਾਬਾ ਨਾਨਕ ਕਹਿੰਦਾ ਨਾ ਭੈਣੇ, ਤੂੰ ਇਹ ਨਾ ਕੰਮ ਕਰਿਆ ਕਰ। ਤੂੰ ਜਦੋਂ ਲੰਘਦੇ ਟੱਪਦੇ ਨਾ, ਉਹਨੇ ਜਾਣੇ ਦੂਰ ਦਰਾਡਿਓਂ, ਤੂੰ ਗੋਡੀ ਹੱਥ ਪੈਰੀ ਹੱਥ ਲਾਉਣੀ, ਇਹ ਨਾ ਕੰਮ ਕਰਿਆ ਕਰ, ਲਾਇਆ ਨਾ ਕਰ ਪੈਰੀ ਹੱਥ। ਤੇ ਅੱਗੋਂ ਬੇਬੇ ਨਾਨਕੀ ਦਾ ਮਿੱਠੜਾ ਜਿਹਾ ਬੋਲ ਆ ਨਾ ਜਿਹੜਾ, ਉਹ ਸਾਡੇ ਇਤਿਹਾਸ ਨੇ ਸੰਭਾਲਿਆ। ਬੇਬੇ ਨਾਨਕੀ ਕਹਿੰਦੀ, ਨਾਨਕਾ ਵਿਸ਼ੱਕ ਤੂੰ ਰਿਸ਼ਤੇਦਾਰੀ ਦੇ ਕਾਰਨ ਕਰਕੇ ਨਾ ਤੂੰ ਮੇਰਾ ਵੀਰ ਆ, ਪਰ ਕਦੇ ਵੀ ਮੈਂ ਤੈਨੂੰ ਆਪਣੇ ਵੀਰ ਦੇ ਰੂਪ 'ਚ ਨਹੀਂ ਵੇਖਿਆ। ਮੈਂ ਹਮੇਸ਼ਾ ਤੈਨੂੰ ਨਾ ਪੀਰ ਦੇ ਰੂਪ 'ਚ ਵੇਖਿਆ। ਭਾਵੇਂ ਤੂੰ ਮੇਰੇ ਨਾਲੋਂ 5 ਸਾਲ ਛੋਟਾਂਗਾ, ਮੈਂ ਵੀਰ ਦੇ ਰੂਪ 'ਚ ਨਹੀਂ, ਮੈਂ ਤੈਨੂੰ ਪੀਰ ਦੇ ਰੂਪ 'ਚ ਵੇਖਿਆ। ਤੇ ਜਿਹੜੀ ਦਾਸ ਵਾਲੀ ਗੱਲ ਆ ਨਾ, ਤੇ ਅੱਗੋਂ ਹੱਥ ਜੋੜ ਕੇ ਬੇਨਤੀ ਨਾਨਕੀ ਕਰਦੀ ਹੈ, ਕਹਿੰਦੀ ਮੈਨੂੰ ਨਾ ਆਪਣੇ ਚਰਨਾਂ ਦਾ ਦਾਸ ਬਣਾ ਕੇ ਰੱਖ ਲੈ। ਮੈਨੂੰ ਨਾ ਆਪਣੇ ਭੈਣ ਆਪਣੇ ਵੀਰ ਨੂੰ ਕਹਿੰਦੀ ਆ, ਮਤਲਬ ਬੇਬੇ ਨਾਨਕੀ ਨਾਨਕ ਨੂੰ ਕਹਿੰਦੀ ਆ। ਕਦੇ ਆਪਣੀ ਮੁਖ ਦੇ ਵਿੱਚੋਂ, ਆਪਣੀ ਜ਼ੁਬਾਨ ਵਿੱਚੋਂ ਇਹ ਬਚਨ ਨਿਕਲਣ ਲੱਗ ਜਾਣ, ਜ਼ਿੰਦਗੀ ਬਦਲ ਜਾਊ। ਹੁਣ ਭੈਣ ਕੀ ਕਹਿੰਦੀ ਆ, ਮੈਨੂੰ ਵੀਰੇ ਤੂੰ ਆਪਣੇ ਚਰਨਾਂ ਦਾ ਦਾਸ ਬਣਾ ਕੇ, ਆਪਣੇ ਚਰਨਾਂ ਦੀ ਦਾਸੀ ਬਣਾ ਕੇ ਰੱਖ ਲਾ। ਬਾਬੇ ਨਾਨਕ ਨੂੰ ਕਿੰਨਾ ਬਚਨ ਚੰਗਾ ਲੱਗਿਆ। ਦਾਸੀ ਲਫ਼ਜ਼ ਨਾ ਗੁਰੂ ਸਾਹਿਬ ਨੇ ਬਾਣੀ 'ਚ ਦਰਜ ਕਰ ਦਿੱਤੀ। ਇੱਕ ਥਾਂ ਨਹੀਂ, ਅਨੇਕਾਂ ਥਾਵਾਂ ਤੇ ਆਉਂਦਾ, ਨਾਨਕ ਦਾਸ ਕਹੈ। ਇਦਾਂ ਦੀਆਂ ਗੱਲਾਂ ਬਾਬੇ ਨਾਨਕ ਨੇ ਕਿੰਨੀਆਂ ਲਿਖਤੀਆਂ ਦਾਸੀ ਦੇ ਸੰਬੰਧ 'ਚ, ਦਾਸ ਦੇ ਸੰਬੰਧ 'ਚ। ਪਰ ਇਹ ਦਾਸ ਲਫ਼ਜ਼, ਸੇਵਕ ਲਫ਼ਜ਼, ਇਹ ਦੁਨੀਆ ਦੇ ਵਿੱਚ ਨੌਕਰ ਲਫ਼ਜ਼ ਇੱਕ ਨੀਚ ਕਰਮ ਕਰਨ ਵਾਲੇ ਬੰਦੇ ਨਾਲ ਹੀ ਜੁੜਿਆ ਹੋਇਆ ਸੀ। ਬਾਬੇ ਨਾਨਕ ਨੇ ਸਾਨੂੰ ਸਾਰਿਆਂ ਨੂੰ ਇਹ ਲਫ਼ਜ਼ ਦੇ ਦਿੱਤਾ, ਤੂੰ ਹਮੇਸ਼ਾ ਦਾਸ ਬਣ ਕੇ ਰਹੀ। ਇਹ ਬੇਬੇ ਨਾਨਕੀ ਦੇ ਮੁਖ ਚੋਂ ਨਿਕਲਿਆ ਹੋਇਆ ਬਚਨ, ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਕੇ ਰੱਖ। ਮੈਂ ਵੱਡਾ ਥੋੜੀ ਬਣਨਾ ਕਰਨਾ, ਤੂੰ ਵੱਡਾ ਮੈਥੋਂ, ਮੈਂ ਤੈਨੂੰ ਵੀਰ ਦੇ ਰੂਪ 'ਚ ਨਹੀਂ ਦੇਖਦੀ, ਮੈਂ ਤੈਨੂੰ ਪੀਰ ਦੇ ਰੂਪ 'ਚ ਦੇਖਦੀ। ਇੱਕ ਪੁਆਇੰਟ ਇਤਿਹਾਸ ਵਿੱਚੋਂ ਹੋਰ ਲੈ ਲਓ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਤਾਏ ਦਾ ਪੁੱਤ ਸਹਾਰੀ ਮੱਲ। ਹੁਣ ਤਾਇਆ ਪਿਓ ਦਾ ਵੱਡਾ ਭਰਾ, ਹੁਣ ਤਾਏ ਦੇ ਪੁੱਤ ਵੀ ਵੱਡੇ ਨੇ, ਤਾਏ ਦੇ ਜਵਾਕ ਵੀ ਵੱਡੇ ਆ ਨਾ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਪਿਤਾ ਹਰਦਾਸ, ਹਰਦਾਸ ਦਾ ਵੱਡਾ ਭਰਾ ਤਾਇਆ ਲੱਗਿਆ ਕਿਹਦਾ? ਗੁਰੂ ਰਾਮਦਾਸ ਮਹਾਰਾਜ ਦਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦਾ ਪੁੱਤ ਸਹਾਰੀ ਮੱਲ ਗੁਰੂ ਸਾਹਿਬ ਦਾ ਮੁਰੀਦ ਆ। ਗੁਰੂ ਰਾਮਦਾਸ ਮਹਾਰਾਜ ਦਾ ਨਾ ਮੁਰੀਦ ਆ। ਮੁਰੀਦ ਮਤਲਬ ਸੇਵਕ ਬਣਿਆ ਹੋਇਆ। ਇੱਕ ਦਿਨ ਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਹਾਰੀ ਮੱਲ, ਜਦੋਂ ਨਾ ਤੂੰ ਆ ਕੇ ਝੁਕ ਜਾਣਾ ਮੇਰੇ ਕੋਲੇ, ਮੈਨੂੰ ਸੰਗ ਲੱਗਦੀ ਆ। ਸੰਗ ਦਾ ਅਰਥ ਹੁੰਦਾ ਡਰਨਾ। ਮੇਰੇ ਅੰਦਰ ਨਾ ਥੋੜੀ ਜਿਹੀ ਤਰਥੱਲੀ ਜੀ ਪੈਦਾ ਹੋ ਜਾਂਦੀ ਆ, ਡਰ ਜਾ ਪੈਦਾ ਹੋ ਜਾਂਦਾ। ਸਹਾਰੀ ਮੱਲ ਨਾ ਹੱਥ ਬੰਨ ਕੇ ਕਹਿੰਦਾ, ਭਰਾਵਾ ਕਿਉਂ, ਕੀ ਗੱਲ ਆ, ਮੈਂ ਕੋਈ ਗੁਨਾਹ ਕਰ ਲੈਣਾ ਗਾ? ਕਹਿੰਦਾ ਨਹੀਂ, ਗੁਨਾਹ ਨਹੀਂ ਕੋਈ ਕਰਦਾ, ਤੂੰ ਤਾਂ ਬਾਹਲਾ ਸਿਆਣਾ ਗਾ, ਗੁਨਾਹ ਕੋਈ ਨਹੀਂ ਗਾ, ਪਰ ਇੱਕ ਗੱਲ ਦਾ ਮੇਰੇ ਅੰਦਰ ਖੌਫ ਆਏ, ਮੇਰੇ ਅੰਦਰ ਸੰਗ ਕਹਿ ਲੋ, ਡਰ ਕਹਿ ਲੋ। ਕਿਹੜਾ?
ਤੂੰ ਨਾ ਮੇਰਾ ਵੱਡਾ ਭਰਾ, ਮੈਥੋਂ ਤੂੰ ਦੇਖ ਕਿੰਨਾ ਵੱਡਾਂਗਾ। ਅੱਗੋਂ ਤੇਰਾ ਪਿਓ ਜਾਣੀ ਕਿ ਮੇਰਾ ਤਾਇਆ ਮੇਰੇ ਪਿਓ ਤੋਂ ਵੱਡਾ ਸੀ। ਤੇਰਾ ਪਿਓ ਮੇਰਾ ਤਾਇਆ, ਮੇਰਾ ਮਤਲਬ ਕਿ ਵੱਡਾ ਡੈਡੀ। ਜਿਵੇਂ ਅੱਜ ਦੇ ਸਮੇਂ ਵਿੱਚ ਕੱਲ ਕਹਿ ਰਹੀ ਆਪਾਂ ਨਾ, ਅੱਜ ਦੇ ਸਮੇਂ ਮੁਤਾਬਕ ਆਪਣੇ ਬੱਚੇ ਕਹਿੰਦੇ ਨੇ ਵੱਡਾ ਡੈਡੀ ਛੋਟਾ ਡੈਡੀ, ਆਮ ਹੀ ਕਹਿੰਦੇ ਨਾ। ਭਾਵ ਤੂੰ ਮੇਰੇ ਨਾਲੋਂ ਵੱਡਾ ਤੇ ਤੇਰੇ ਬਾਪ ਦਾ ਵੀ ਮੇਰੇ ਬਾਪ ਨਾਲੋਂ ਉਮਰ ਦਾ ਫਰਕ ਆ, ਉਹ ਵੀ ਵੱਡੇ ਨੇ। ਇਸ ਕਰਕੇ ਨਾ ਤੂੰ ਮੇਰੇ ਪੈਰੀ ਹੱਥ ਨਾ ਲਾਇਆ ਕਰ, ਮੈਨੂੰ ਝੁੱਕ ਕੇ ਸਲਾਮ ਨਾ ਕਰਿਆ ਕਰ। ਉੱਥੇ ਸਹਾਰੀ ਵੱਲ ਦੇ ਨਾ ਮਿੱਠੜੇ ਜੇ ਬੋਲਣਗੇ। ਨਹੀਂ ਚੇਤਾ ਰੱਖਿਓ, ਤਾਏ ਦਾ ਪੁੱਤ ਹੋਵੇ। ਆਪਾਂ ਕੱਲ ਗੱਲ ਸੁਣੀ ਸੀ ਨਾ, ਦੋ ਚਾਚੇ ਤਾਏ ਦੇ ਪੁੱਤ ਨੇ, ਇੱਕ ਦਾ ਜੀਵਨ ਕੀ ਬਣ ਗਿਆ, ਇੱਕ ਦਾ ਕੀ ਬਣ ਗਿਆ। ਹੁਣ ਚਾਚੇ ਤਾਏ ਦੇ ਪੁੱਤਾਂ ਵਿੱਚ ਸਰੀਕੇਬਾਜ਼ੀ ਤਾਂ ਹੈ ਨਾ। ਹੁਣ ਚਾਚੇ ਤਾਏ ਦਾ ਪੁੱਤ ਹੋਵੇ ਤੇ ਸਰੀਕਾ ਪੈਦਾ ਹੋਣਾ ਸੁਭਾਵਿਕ ਗੱਲ ਆ। ਸਰੀਕਾ ਪੈਦਾ ਹੋਣਾ ਨਾ ਸੁਭਾਵਿਕ ਗੱਲ ਆ। ਪਰ ਚੇਤਾ ਰੱਖਿਓ, ਇੱਥੇ ਸਹਾਰੀ ਮੱਲ ਨੇ ਹੱਥ ਬੰਨ ਕੇ ਬੇਨਤੀ ਕੀਤੀ। ਸਹਾਰੀ ਮੱਲ ਕਹਿੰਦਾ ਨਾ, ਕਹਿੰਦਾ ਰਾਮਦਾਸ, ਕਹਿੰਦਾ ਬੇਸ਼ੱਕ ਮੈਂ ਤੇਰੇ ਨਾਲੋਂ ਉਮਰ ਵਿੱਚ ਵੱਡਾ, ਬੇਸ਼ੱਕ ਮੈਂ ਤੇਰਾ ਤਾਏ ਦਾ ਪੁੱਤ ਆ, ਤੇਰਾ ਭਰਾ ਲੱਗਦਾ, ਪਰ ਇੱਕ ਗੱਲ ਜ਼ਰੂਰ ਚੇਤੇ ਰੱਖੀ, ਮੈਂ ਨਾ ਤੈਨੂੰ ਕਦੇ ਭਰਾ ਦੇ ਰੂਪ ਵਿੱਚ ਨਹੀਂ ਵੇਖਿਆ, ਮੈਂ ਤੈਨੂੰ ਹਮੇਸ਼ਾ ਨਾ ਗੁਰੂ ਦੇ ਰੂਪ ਵਿੱਚ ਵੇਖਦਾ। ਮੈਂ ਤੈਨੂੰ ਕਦੇ ਭਰਾ ਦੇ ਰੂਪ ਚ ਨਹੀਂ ਵੇਖਿਆ। ਤੂੰ ਮੇਰੇ ਤਾਏ ਦਾ ਪੁੱਤ ਆ, ਮੇਰਾ ਵੱਡਾ ਭਰਾ ਗਾ। ਮੈਂ ਇਸ ਕਰਕੇ ਨਹੀਂ, ਮੈਂ ਤਾਂ ਹਮੇਸ਼ਾ ਆਪਣੀ ਇਹ ਰਿਸ਼ਤੇਦਾਰੀ ਤੋਂ ਉੱਪਰ ਉੱਠ ਕੇ ਤੈਨੂੰ ਮੈਂ ਨਾ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਜਾਣਦਾ। ਤੇਰੇ ਵਰਗਾ ਦੁਨੀਆ ਵਿੱਚ ਹੋਰ ਕੌਣ ਹੋ ਸਕਦਾ ਗਾ? ਤੇਰੇ ਕਰਕੇ ਸਾਡਾ ਨਾਂ ਗਾ। ਜੇ ਅਸੀਂ ਤੈਨੂੰ ਵਿਸਾਰਤਾ, ਤੇਰੇ ਨਾਲ ਦੁਨਿਆਵੀ ਰਿਸ਼ਤੇ ਹੀ ਜੋੜ ਲਿਆ, ਸਾਨੂੰ ਕਿਹਨੇ ਚੇਤੇ ਰੱਖਣਾ? ਚੇਤਾ ਰੱਖਿਓ, ਜਿਹਦੇ ਮੁਖ ਵਿੱਚੋਂ ਦਾਸ ਲਫ਼ਜ਼ ਨਿਕਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਚਰਨਾਂ ਦਾ ਸੇਵਕ ਬਣਾ ਲਾ, ਆਪਣੇ ਚਰਨਾਂ ਦਾ ਦਾਸ ਬਣਾ ਲਾ। ਜਿਹਦੇ ਮੁਖ ਚੋਂ ਦਾਸ ਲਫ਼ਜ਼ ਨਿਕਲਿਆ ਨਾ, ਤੇ ਗੁਰੂ ਸਾਹਿਬ ਨੇ ਨਾ ਉਹਨੂੰ ਆਪਣੀ ਬੁੱਕਲ 'ਚ ਥਾਂ ਦੇ ਦਿੱਤਾ। ਹੁਣ ਚੇਤਾ ਰੱਖਿਓ, ਮਿਹਰਬਾਨ ਵਰਗਿਆਂ ਦੀ ਰਿਸ਼ਤੇਦਾਰੀ ਵੀ ਪੰਜਵੇਂ ਪਾਤਸ਼ਾਹ ਦੇ ਨਾਲ ਮਿਲਦੀ ਆ ਨਾ, ਪਿਰਥਗੀ ਵਰਗਿਆਂ ਦੀ ਵੀ ਮਿਲਦੀ ਆ, ਪਰ ਉਹਨਾਂ ਨੇ ਆਪਣੇ ਆਪ ਨੂੰ ਦਾਸ ਨਹੀਂ ਕਹਾਇਆ, ਆਪਣੇ ਆਪ ਨੂੰ ਵੱਡਾ ਕਹਾਇਆ। ਉਹਨਾਂ ਨੂੰ ਥਾਂ ਨਹੀਂ ਮਿਲੀ, ਥਾਂ ਸਹਾਰੀ ਮੱਲ ਵਰਗਿਆਂ ਨੂੰ ਮਿਲ ਗਈ। ਕਿੰਨੇ ਪਿਆਰ ਦੇ ਨਾਲ ਸਹਾਰੀ ਮੱਲ ਵਰਗਿਆਂ ਦੀਆਂ ਆਪਾਂ ਕਥਾ ਕਹਾਣੀਆਂ ਸੁਣ ਕੇ ਆਪਣੇ ਜੀਵਨ 'ਚ ਅਮਲ ਕਰਦੇ ਆ, ਵੀ ਸਾਡਾ ਜੀਵਨ ਵੀ ਸਹਾਰੀ ਮੱਲ ਵਰਗਿਆਂ ਵਰਗਾ ਬਣ ਜਾਵੇ। ਤੇ ਆਪਣੀ ਗੱਲ ਸੀ ਦਾਸ ਲਫ਼ਜ਼ ਦੀ, ਵੀ ਦਾਸ ਲਫ਼ਜ਼ ਨਾ 1400 ਈਸਵੀ ਦੇ ਵਿੱਚ ਦੁਨੀਆ ਦੇ ਵਿੱਚ ਬੜਾ ਹੀ ਮਤਲਬ ਧੱਕਾ, ਅੱਜ ਵੀ ਧੱਕਾ ਹੁੰਦਾ, ਕੋਈ ਤਾਂ ਬਲ ਬਾਹਲੀ ਪੁਰਾਣੀ ਰਹੇਗੀ। ਤੇ 1400 ਈਸਵੀ ਤੋਂ ਪਹਿਲਾਂ 1400 ਸਾਲ ਪਹਿਲਾਂ ਇੱਥੇ ਆਪਾਂ ਨੂੰ ਪਤਾ ਹੜੱਪਾ ਲੋਕ ਤੇ ਮਹਿੰਜੜੋਂ ਲੋਕ ਆਏ, ਉਹਨਾਂ ਦੇ ਵਿੱਚ ਆਰੀਅਨ ਲੋਕ ਆ ਕੇ ਫਿੱਟ ਹੋਏ। ਉਦੋਂ ਇਸ ਚੀਜ਼ ਦਾ ਵਿਤਕਰਾ ਜਿਹੜਾ ਹੈ ਬੜੇ ਵੱਡੇ ਪੱਧਰ ਤੇ ਫੈਲਿਆ ਸੀ, ਤੇ ਅੱਜ ਵੀ ਉਹ ਵਿਤਕਰਾ ਸੇਮ ਚੱਲ ਰਿਹਾ ਹੈਗਾ। ਕਿੱਦਾਂ ਦੀ ਉਹ ਗੱਲਬਾਤ ਹੋ ਕੇ ਗੁਜ਼ਰੀ ਆ, ਪਰ ਬਾਬੇ ਨਾਨਕ ਨੇ ਨਾ ਇਹ ਦਾਸ ਲਫ਼ਜ਼ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਡੇ ਅੱਖਰਾਂ ਵਿੱਚ ਕਰਕੇ ਲਿਖ ਦਿੱਤਾ। ਜਿਹੜੇ ਲਫ਼ਜ਼ ਨੂੰ ਲੋਕ ਨਫ਼ਰਤ ਕਰਦੇ ਨੇ, ਵਿਰੋਧ ਕਰਦੇ ਨੇ, ਵਿਤਕਰਾ ਕਰਦੇ ਨੇ, ਮੈਂ ਉਹ ਲਫ਼ਜ਼ ਨੂੰ ਪਿਆਰ ਦੇਣਾਗਾ, ਉਹ ਲਫ਼ਜ਼ ਨੂੰ ਮੈਂ ਥਾਂ ਦੇਣੀ ਆ, ਸਤਿਕਾਰ ਦੇਣਾਗਾ। ਤਾਈਓ ਇੱਥੇ ਗੁਰੂ ਸਾਹਿਬ ਨੇ ਕਿਹਾਗਾ, ਹਉ ਮਤਲਬ ਮੈਂ, ਮੇਰੇ ਵਰਗੀ ਜਿਹੀ ਮੇਰੇ ਵਰਗੀ ਘਾਣ ਬਹੁਤ ਜ਼ਿਆਦਾ ਨੇ, ਚੇਰੀ ਦਾਸ ਦਾਸੀ ਰਾਮ। ਹੇ ਸੱਚੇ ਪਾਤਸ਼ਾਹ, ਤੂੰ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਕੇ ਰੱਖ ਲਾ, ਦਾਸ ਬਣਾ ਕੇ ਰੱਖ ਲਾ, ਤਾਂ ਮੇਰਾ ਜੀਵਨ ਸੋਹਣਾ ਹੈ। ਫਿਰ ਆਪਾਂ ਦੁਬਾਰਾ ਪੰਕਤੀ ਪੜ੍ਹੀਏ। ਤੂੰ ਠਾਕੁਰੋ ਬੈਰਾਗਰੋ ਮੈਂ ਜਿਹੀ ਘਣ ਚੇਰੀ ਰਾਮ। ਤੂੰ ਠਾਕੁਰ ਆ, ਬਹੁਤ ਵੱਡਾ ਮਾਲਕ ਆ ਸਾਡਾ, ਬੈਰਾਗਰੋ ਆ। ਬੈਰਾਗਰੋ ਤੋਂ ਭਾਵ ਬਰਾਗੀ ਹੋਣਾ, ਉਪਰਾਮ ਹੋਣਾ, ਨਿਰਲੇਪ ਹੋ ਜਾਣਾ। ਤੂੰ ਸਭ ਕੁਝ ਬਣਾ ਕੇ ਵੀ ਸਭ ਕੁਝ ਵਿੱਚੋਂ ਨਿਰਲੇਪ ਆ। ਬੰਦਾ ਕੁਝ ਬਣਾ ਲੈਂਦਾ ਨਾ, ਥੋੜਾ ਕੁਝ ਹੀ ਬਣਾਉਂਦਾ, ਪਰ ਉਹਦੇ ਵਿੱਚ ਵਸ ਜਾਂਦਾ, ਉਹਦੇ ਵਿੱਚ ਖੁੱਭ ਜਾਂਦਾ ਬੰਦਾ। ਆਪਾਂ ਕਈ ਵਾਰ ਨਹੀਂ ਕਹਿੰਦੇ ਕਿ ਬੰਦੇ ਨੂੰ ਦਾਤ ਮਿਲ ਗਈ, ਉਹ ਦਾਤ ਦਾ ਹੀ ਬਣ ਕੇ ਬਹਿ ਗਿਆ, ਦਾਤੇ ਨੂੰ ਭੁੱਲ ਗਿਆ। ਸਿੱਧ ਹੋ ਗਈ ਨਾ ਗੱਲ। ਪਰਮਾਤਮਾ ਨੇ ਕਿੰਨਾ ਕੁਝ ਬਣਾਇਆਗਾ, ਕਿੰਨੇ ਸੋਹਣੇ ਸੋਹਣੇ ਫੁੱਲ ਬਣਾਇਆ ਦੁਨੀਆ 'ਚ, ਪਰ ਉਹਨੇ ਸਪੈਸ਼ਲ ਆਪਣੇ ਵੱਲੋਂ ਕਿਸੇ ਇੱਕ ਨੂੰ ਚੁਣਿਆ ਨਹੀਂ ਵੀ ਆ ਮੇਰਾ, ਮਤਲਬ ਉੱਥੇ ਮੈਂ ਲਫ਼ਜ਼ ਨਹੀਂ ਲੈ ਕੇ ਆਂਦਾ। ਤੇ ਹੁਣ ਬੰਦੇ ਨੂੰ ਵਾਹਿਗੁਰੂ ਜੀ ਨੇ ਦਾਤ ਦੇ ਦਿੱਤੀ,
ਦਾਤ ਦੇ ਦਿੱਤੀ, ਦਾਤ ਦੇ ਬਣ ਗਏ, ਦਾਤੇ ਨੂੰ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਤਾਰਾ। ਪੁੱਤ ਦੀ ਲੋੜ ਸੀ ਨਾ, ਵਾਹਿਗੁਰੂ ਨੇ ਦੇਤਾ, ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਲੈ ਲਾ। ਹੁਣ ਤਾਂ ਕੋਈ ਘਾਟਾ ਨਹੀਂ, ਭਰੇ ਖਜ਼ਾਨੇ ਸਾਹਿਬ ਦੇ। ਆਪਣੀ ਆਮ ਕਹਾਵਤਾਂ, ਨੀਵਾਂ ਹੋ ਕੇ ਲੁੱਟ। ਹੁਣ ਵਾਹਿਗੁਰੂ ਤੋਂ ਜੋ ਮੰਗਿਆ ਉਹਨੇ ਦੇ ਦਿੱਤਾ, ਪਰ ਹੋਇਆ ਕੀ, ਜੋ ਦਿੱਤਾ ਅਸੀਂ ਉਸੇ ਦੇ ਬਣ ਗਏ, ਇਹਦੇ ਨਹੀਂ ਬਣੇਗੇ, ਮਾਲਕ ਦੇ ਨਹੀਂ ਬਣੇਗੇ। ਬਸ ਗੱਲ ਕੀ ਆ, ਆਪਾਂ ਉਪਰਾਮ ਹੋਈਏ, ਵਾਸ਼ਨਾ ਰਹਿਤ ਹੋਈਏ। ਹਰ ਇੱਕ ਚੀਜ਼ ਵਰਤਣੀ ਆ। ਪਰਮਾਤਮਾ ਨੇ ਜੋ ਦਿੱਤਾ ਸਾਨੂੰ ਵਰਤਣ ਲਈ ਦਿੱਤਾ ਗਾ, ਪਰ ਵਰਤੋ ਜੀ ਸਦਕੇ। ਤੇ ਪਰ ਪਾਤਸ਼ਾਹ ਜੀ ਕਹਿੰਦੇ ਨਾ, ਮੈਂ ਮੇਰੀ ਚ ਨਾ ਖੁੱਭਜੋ, ਫਿਰ ਜ਼ਿੰਦਗੀ ਬਰਬਾਦ ਹੋ ਜਾਵੇਗੀ। ਇਹ ਪਹਿਲੀ ਪੰਕਤੀ ਦੀ ਆਪਾਂ ਵਿਆਖਿਆ ਕਰ ਲਈ। ਤੂੰ ਠਾਕਰੋ ਵੈਰਾਗਰੋ, ਮੈਂ ਜੇਹੀ ਘਣ ਚੇਰੀ ਰਾਮ। ਫਿਰ ਅੱਗੇ ਮੇਰੇ ਮਾਲਕ ਨੇ ਉਹ ਪਰਮਾਤਮਾ ਦੀ ਉਸਤਤ ਕੀਤੀ ਆ, ਤੂੰ ਸਾਗਰੋ ਰਤਨਾਗਰੋ। ਤੂੰ ਬਹੁਤ ਵੱਡਾ ਸਾਗਰ ਆ। ਕਾਹਦਾ ਭਰਿਆ ਪਿਆ? ਰਤਨਾਂ ਦਾ ਭਰਿਆ ਪਿਆਗਾ। ਰਤਨਾਗਰੋ, ਸੱਚੀ ਗੱਲ ਆ। ਉਹ ਪਰਮਾਤਮਾ ਨੇ ਇੰਨਾ ਕੁਛ ਪੈਦਾ ਕੀਤਾ, ਪਰ ਮਟੀਰੀਅਲ ਦਾ ਨਹੀਂ ਪਤਾ ਵੀ ਕਿੱਥੋਂ ਲੈ ਕੇ ਆਇਆ। ਉਹ ਮਟੀਰੀਅਲ ਕੀ ਹੈ? ਰਤਨ ਨੇ। ਉਹ ਪਰਮਾਤਮਾ ਨੇ ਜੋ ਕੁਝ ਬਣਾਇਆ, ਜੋ ਕੁਝ ਬਣਾਇਆ ਨਾ, ਉਹ ਬਣਾਉਣ ਦੇ ਲਈ ਪਦਾਰਥ ਕਿੱਥੋਂ ਆਏ ਇਹਦਾ ਨਹੀਂ ਪਤਾ ਆਪਾਂ ਨੂੰ। ਇਹ ਗੁਣ ਆ ਨਾ, ਉਹ ਪਰਮਾਤਮਾ ਦਾ, ਇਹ ਗੁਣਾਂ ਦਾ ਹੀ ਭਰਿਆ ਪਿਆ ਹੈ, ਰਤਨਾਂ ਦਾ ਭਰਿਆ ਪਿਆ ਹੈਗਾ। ਤੂੰ ਸਾਗਰੋ। ਹੁਣ ਸਾਗਰ ਦੀ ਗਿਣਤੀ ਨਹੀਂ ਹੁੰਦੀਗੀ। ਚਲੋ ਫਿਰ ਵੀ ਸਾਗਰ ਕਿਸੇ ਹੱਦ 'ਚ ਆ, ਉਹਦੀ ਹੱਦ ਦੀ ਗਿਣਤੀ ਮਿਣਤੀ ਅਸੀਂ ਨਹੀਂ ਕਰ ਸਕਦੇ, ਸਾਡੀ ਸਮਰੱਥਾ ਬਹੁਤ ਥੋੜੀ ਆ। ਪਰ ਉਹ ਸਾਗਰ ਵੀ ਕਿਸੇ ਦਾਇਰੇ 'ਚ ਆ, ਉਹ ਵੀ ਕਿਸੇ ਹੁਕਮ 'ਚ ਆ। ਪਰ ਪਰਮਾਤਮਾ ਰੂਪੀ ਸਾਗਰ ਨਾ, ਉਹ ਕਿਸੇ ਦਾਇਰੇ 'ਚ ਨਹੀਂ ਹੈ। ਉਹ ਤਾਂ ਬੜਾ ਵੱਡਾ ਦਾਇਰਾ, ਉਹਦਾ ਬਹੁਤ ਜ਼ਿਆਦਾ ਵੱਡਾ ਗਾ। ਉਹਦਾ ਵੀ ਕੋਈ ਆਕਾਰ ਮਿਣਿਆ ਨਹੀਂ ਜਾ ਸਕਦਾ, ਨਾਪਿਆ ਤੋਲਿਆ ਨਹੀਂ ਜਾ ਸਕਦਾ। ਕੋਈ ਉਹਦੀ ਮੂਰਤ ਸਪੈਸ਼ਲ ਬਣਾਈ ਨਹੀਂ ਜਾ ਸਕਦੀ। ਸਾਗਰ ਦੀ ਮੂਰਤਾਂ ਅਖਬਾਰਾਂ ਤੇ ਹੀ ਬਣ ਜਾਂਦੀ ਹੈ ਨਾ, ਫੋਟੋਆਂ ਬਣ ਜਾਂਦੀਆਂ ਨੇ, ਸਾਗਰ ਦੀ ਮੂਰਤ ਬਣ ਗਈ, ਪਰ ਪਰਮਾਤਮਾ ਰੂਪੀ ਸਾਗਰ ਦੀ ਮੂਰਤ ਨਹੀਂ ਬਣਦੀਗੀ। ਤੇ ਉਹ ਪਰਮਾਤਮਾ ਰੂਪੀ ਸਾਗਰ ਬਹੁਤ ਵੱਡਾ। ਸਾਡੀ ਉਸ ਨਾ ਸੁਰਤ ਦੀ ਅੱਖ 'ਚ ਕੈਦ ਹੋਵੇ, ਤੇ ਨਾ ਹੀ ਪਰਮਾਤਮਾ ਰੂਪੀ ਸਾਗਰ ਸਾਡੀ ਸਰੀਰਕ ਅੱਖ ਵਿੱਚ ਕੈਦ ਹੋਵੇ। ਹੁਣ ਕੈਮਰੇ ਦੀ ਵੀ ਇੱਕ ਅੱਖ ਆ ਨਾ, ਉਹ ਕੈਮਰੇ ਦੀ ਅੱਖ ਕਿੰਨਿਆਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ, ਕੈਦ ਕਰ ਲੈਂਦੀ ਹੈ ਫੋਟੋ ਦੇ ਰੂਪ 'ਚ। ਇਵੇਂ ਜਿਵੇਂ ਸਾਡੀ ਅੱਖ ਦੀ ਇੱਕ ਖਾਸ ਗੱਲ ਇਹ ਆ ਵੀ ਇਹ ਬਹੁਤ ਕੁਝ ਫੋਟੋਆਂ ਬਣਾ ਕੇ ਨਾ, ਖਿੱਚ ਕੇ ਆਪਣੇ ਅੰਦਰ ਸੇਵ ਕਰ ਲੈਂਦੀ ਆ। ਪਰ ਸਾਗਰ ਦੀ ਫੋਟੋ, ਪੂਰੇ ਦੇ ਪੂਰੇ ਸਾਗਰ ਦੀ ਫੋਟੋ ਨਹੀਂ ਬਣਾ ਸਕਦੀ ਇਹ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਮੈਂ ਤੇਰੀ ਸਾਰ ਨਹੀਂ ਜਾਣ ਸਕਦਾ, ਮੈਂ ਤੇਰੇ ਬਾਰੇ ਕੁਝ ਵੀ ਸਮਝ ਨਹੀਂ ਸਕਦਾ। ਬਸ ਤੂੰ ਬੇਅੰਤ ਅਤ ਵੱਡ ਉੱਚਾ। ਤੂੰ ਤਾਂ ਬੇਅੰਤ ਹੈ, ਅਤ ਵੱਡਾ ਹੈ, ਉੱਚਾ ਹੈ। ਤੇਰੀ ਕੋਈ ਵੀ ਨਪਾਈ ਤੁਲਾਈ ਨਹੀਂ ਕੀਤੀ ਜਾ ਸਕਦੀ। ਤੇਰੇ ਕਬਣ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਫਿਰ ਪਾਸੇ ਜ਼ਿਕਰ ਕਰਦੇ ਨੇ, ਸਾਰ ਨਾ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈਂ। ਉਹ ਵਾਹਿਗੁਰੂ ਅੱਗੇ ਫਿਰ ਆਪਾਂ ਕਰਨਾ ਤਰਲਾ, ਬੇਨਤੀ ਕਰਨੀ ਆ। ਉਹ ਕਿਹੜੀ ਬੇਨਤੀ ਕਰਨੀ ਆ? ਹਉ ਸਾਰ ਨਾ ਜਾਣਾ, ਮੈਂ ਤੇਰੀ ਸਾਰ ਨਹੀਂ ਜਾਣ ਸਕਦਾ। ਤੂੰ ਵੱਡ ਦਾਣਾ, ਤੂੰ ਬਹੁਤ ਵੱਡਾ। ਕਰ ਕੀ ਕਰਨਾ ਹੈ? ਮਿਹਰਮਤ। ਮਿਹਰਮਤ, ਇੱਥੇ ਲਫ਼ਜ਼ ਮਿਹਰਮਤੀ ਲਿਖਿਆ, ਰਾਰੇ ਤੇ ਟਿੱਪੀ ਮੰਮਾ ਤੱਤਾ ਰਮਤ ਬਣ ਗਈ। ਬੋਲੇ ਆਪਾਂ ਮਿਹਰਮਤੀ ਹੈ, ਪਰ ਮਰਮਤ ਦਾ ਅਰਥ ਕੀ ਬਣ ਗਿਆ? ਮਿਹਰਾ। ਮਤਲਬ ਮੇਰੇ ਤੇ ਮਿਹਰ ਕਰ, ਮੇਰੇ ਤੇ ਮਿਹਰ ਦੀ ਨਿਗਾਹ ਪਾ, ਮੇਰੀ ਮੱਤ ਤੇਰੇ ਵਰਗੀ ਬਣ ਜਾਵੇ। ਕਰ ਮਿਹਰਮਤ ਸੋਈ। ਹੁਣ ਪਾਤਸ਼ਾਹ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੇਰੀ ਮੱਤ ਤੇਰੀ ਮੱਤ ਵਰਗੀ ਬਣ ਜਾਵੇ, ਤਾਂ ਮੇਰਾ ਜੀਵਨ ਸੋਹਣਾ ਬਣ ਸਕਦਾ। ਕੁਦਰਤੀ ਗੱਲ ਆ। ਆਪਣੀ ਆਮ ਕਹਾਵਤ ਵੀ ਹੈ ਵੀ ਜੈਸੀ ਸੰਗਤ ਤੈਸੀ ਰੰਗਤ। ਤੇ ਗੁਰੂ ਸਾਹਿਬ ਨੇ ਤਾਂ ਇੱਕ ਨਹੀਂ ਅਨੇਕ ਹੀ ਹਵਾਲੇ ਦਿੱਤੇ ਆ ਸੰਗਤ ਦੇ ਵਿੱਚ ਜਾ ਕੇ ਰੰਗਤ ਆਉਣ ਦੀ। ਹੁਣ ਜਦੋਂ ਸਾਡੀ ਸੰਗਤ ਬਦਲ ਗਈ ਨਾ, ਤੇ ਚੇਤਾ ਰੱਖੋ, ਜਿਹੋ ਜੀ ਸੰਗਤ ਵਿੱਚ ਆਪਾਂ ਗਏ ਆ, ਉਹੋ ਜਿਹਾ ਸਾਡਾ ਸੁਭਾਅ ਬਣਨਾ ਸੁਭਾਵਕ ਆ। ਉਹਨੂੰ ਆਪਾਂ ਨਾ ਚਾਹੁੰਦਿਆਂ ਹੋਇਆਂ ਵੀ ਮਾੜੀ ਸੰਗਤ ਜਾ ਕੇ ਆਪਣੇ ਆਪ ਨੂੰ ਮਾੜਾ ਬਣਨ ਤੋਂ ਰੋਕ ਨਹੀਂ ਸਕਾਂਗੇ।
ਤੇ ਚੰਗੀ ਸੰਗਤ ਵਿੱਚ ਰੋਜ਼ ਜਾਓ, ਭਾਵੇਂ ਆਪਾਂ ਕੌਡੇ ਰਕਸ਼ ਵਰਗੇ ਆ, ਸੰਗਤ ਚੰਗੀ ਕਰਨ ਲੱਗ ਜਾਓ, ਸੱਚਮੁੱਚ ਚੰਗਿਆਂ ਦਾ ਪ੍ਰਭਾਵ ਸਾਡੇ ਤੇ ਜ਼ਰੂਰ ਪਵੇਗਾ। ਬਸ ਸੰਗਤ ਵਿੱਚ ਰੰਗਤ ਹੈ। ਹੁਣ ਅਗਲਾ ਪੁਆਇੰਟ, ਜਿਹੋ ਜੇ ਗੁਰੂ ਨੂੰ ਮੰਨੋਗੇ, ਚਾਹੇ ਪੱਥਰ ਗੁਰੂ ਨੂੰ ਮੰਨ ਲਓ, ਦਿਮਾਗ ਪੱਥਰ ਵਰਗਾ ਬਣ ਜਾਊਗਾ। ਜਦੋਂ ਆਪਾਂ ਨੂੰ ਪਤਾ ਨਾ, ਬਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਦੇ ਪਰਮ ਸੇਵਕ ਭਾਈ ਮਰਦਾਨਾ ਜੀ ਨੂੰ ਪਾਣੀ ਤੋਂ ਜਵਾਬ ਦੇ ਦਿੱਤਾ। 1 ਵਾਰੀ 2 ਵਾਰੀ 3 ਵਾਰੀ ਤਾਨਾ ਮਾਰ ਦਿੱਤਾ। ਮਰਦਾਨਾ ਕਹਿੰਦਾ ਮੈਂ ਨਹੀਂ ਜਾਂਦਾ ਉਹਦੇ ਕੋਲੇ। ਹੁਣ ਕਿਉਂ ਨਹੀਂ ਜਾਂਦਾ? ਉਹ ਤਾਂ ਕਹਿੰਦਾ ਤਾਨੇ ਮਾਰਦਾ, ਪਹਿਲਾਂ ਤਾਂ ਮੈਨੂੰ ਕਹਿੰਦਾ ਸੀ, ਹੁਣ ਤਾਂ ਤੈਨੂੰ ਕਹਿਣ ਲੱਗਾ। ਜਿਹੜਾ ਤੈਨੂੰ ਕਵੇ ਨਾ ਉਹਦੇ ਨਾਲ ਤਾਂ ਮੇਰੀ ਯਾਰੀ ਕੋਈ ਨਹੀਂ, ਜਿਹੜਾ ਤੈਨੂੰ ਪੁੱਠਾ ਬੋਲੇ ਨਾ ਉਹਦੇ ਨਾਲ ਮੇਰੀ ਯਾਰੀ ਕੋਈ ਨਹੀਂ, ਭਾਵੇਂ ਮੇਰਾ ਆਪ ਦਾ ਵੀ ਕਿਉਂ ਨਾ ਹੋਵੇ। ਹਾਂ, ਮੈਨੂੰ ਕੋਈ ਕੁਛ ਕਹੇ ਜੇ ਕੋਈ ਗੱਲ ਨਹੀਂ, ਪਰ ਮੈਂ ਤੈਨੂੰ ਨਹੀਂ ਕੁਛ ਕਹਿਣ ਦਿੰਦਾ। ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੂੰ ਆਪਾਂ ਸਾਖੀ ਸਾਰੀ ਸੁਣੀ ਆ। ਪਾਣੀ ਦਾ ਚਸ਼ਮਾ ਚੱਲਿਆ, ਗੁਰੂ ਸਾਹਿਬ ਨੇ ਪਾਣੀ ਦੀ ਮਤਲਬ ਖੋਜ ਕੀਤੀ, ਕੱਢਿਆ ਪਾਣੀ, ਜਿੱਥੇ ਹੋਸ਼ਾ ਸੀ ਪਟ ਲਿਆ, ਕੱਢ ਲਿਆ। ਤੇ ਹੰਕਾਰ ਵਿੱਚ ਬਲੀ ਕੰਧਾਰੀ ਨੇ ਗੁਰੂ ਸਾਹਿਬ ਤੇ ਪੱਥਰ ਮਾਰਨਾ ਸ਼ੁਰੂ ਕੀਤਾ। ਤੇ ਫਿਰ ਬਾਬੇ ਨਾਨਕ ਨੇ ਕਿਹਾ ਸੀਗਾ, ਜਿਹੋ ਜਿਹਾ ਦਿਮਾਗ ਆ, ਜਿਹੋ ਜਿਹਾ ਦਿਮਾਗ ਆ ਨਾ, ਤੇ ਉਹੋ ਜਿਹੀਆਂ ਦਾਤਾਂ ਤੂੰ ਦੇਈ ਜਾਂਦਾ। ਦਿਮਾਗ ਪੱਥਰ ਵਰਗਾ ਨਾ, ਸਾਨੂੰ ਪਤਾ ਹੋਣ ਲੱਗਿਆ ਕਬਜ਼ੇ ਹੀ ਪਾਣੀ ਤੇ ਕੀਤਾ, ਪਰ ਤੇਰੀ ਮੱਤ ਤਾਂ ਪੱਥਰਾਂ ਵਰਗੀ ਹੈ। ਤੇ ਜਿਹਦੀ ਮੱਤ ਪੱਥਰਾਂ ਵਰਗੀ ਆ ਨਾ, ਉਹ ਪੱਥਰ ਹੀ ਦੇਊਗਾ, ਪਾਣੀ ਨਹੀਂ ਦਿੰਦਾ ਹੈਗਾ। ਇੱਥੋਂ ਸਾਨੂੰ ਕੀ ਸਿੱਧ ਹੋ ਗਿਆ ਵੀ ਜਿਹੋ ਜਿਹੇ ਨੂੰ ਪੂਜਾਂਗੇ ਆਪਾਂ, ਜਿਹੋ ਜਿਹੇ ਨੂੰ ਪੂਜਾਂਗੇ, ਮੰਨ ਲਓ ਜਿਹਨੂੰ ਵੀ ਪੱਥਰ ਨੂੰ ਪੂਜਿਆ, ਸਾਡਾ ਸੁਭਾਅ ਪੱਥਰ ਵਰਗਾ ਬਣ ਜਾਊ। ਪਸ਼ੂ ਨੂੰ ਪੂਜਿਆ, ਬੜੇ ਪਸ਼ੂਆਂ ਦੀ ਪੂਜਾ ਨਾ, ਅੱਜ ਮਾਫ ਕਰਨਾ ਮੈਂ ਸੱਚੀ ਜੀ ਗੱਲ ਇਹ ਕਹਾਂਗਾ, ਜਿਹੜੇ ਕਹਿੰਦੇ ਨੇ ਹਿੰਦੂ ਰਾਸ਼ਟਰ ਬਣਾਉਣਾ ਸੀ, ਅੱਜ ਜ਼ੋਰ ਇਸੇ ਗੱਲ ਤੇ ਲੱਗਿਆ ਹੋਇਆ ਹੈਗਾ। ਉਹ ਗਾਈਆਂ ਨੂੰ ਪੂਜਦੇ ਆ ਨਾ, ਪਸ਼ੂ, ਗਾਂ ਕੀ ਆ? ਪਸ਼ੂ ਆ। ਹੁਣ ਗਾਂ ਨੂੰ ਕੁਰਸੀ ਤਾਂ ਬਹਾ ਹੀ ਨਹੀਂ ਸਕਦੇ, ਹਾਲਾਂਕਿ ਮੱਝਾਂ ਦੀ ਕੀਮਤ ਆ, ਕਦਰ ਆ, ਇਹਨਾਂ ਦੀ ਵਿਚਾਰੀਆਂ ਦੀ ਕੀ ਕਦਰ ਹੈ? ਰੂੜੀਆਂ 'ਚ ਕਾਗਜ਼ ਕਾਂਦੀਆਂ ਫਿਰਦੀਆਂ ਨੇ। ਹੁਣ ਜਿਹੜੇ ਲੋਕ ਗਾਂ ਦੀ ਪੂਜਾ ਕਰਦੇ ਨੇ ਜਾਂ ਅਸੀਂ ਕਰਦੇ ਆ, ਉਹਦੇ ਦੀ ਸੇਵਾ ਕਰਨੀ ਨਾ, ਉਹਦੀ ਸਾਂਭ ਸੰਭਾਲ ਕਰਨੀ ਇੱਕ ਅਲੱਗ ਵਿਸ਼ਾ। ਉਹਨੇ ਸਾਨੂੰ ਦੁੱਧ ਦਿੱਤਾ, ਅਸੀਂ ਸਾਂਭ ਸੰਭਾਲ ਕੀਤੀ ਆ, ਪਰ ਉਹਨੂੰ ਪੂਜਣਾ, ਉਹਨੂੰ ਪੂਜਣਾ ਕੀ ਆ? ਜਿਹੋ ਜੀ ਉਹਦੀ ਮੱਤ ਆ ਤੇ ਉਹੋ ਜੀ ਸਾਡੀ ਮੱਤ ਬਣ ਜੂ। ਪਸ਼ੂ ਨੂੰ ਪੂਜਾਂਗੇ, ਪਸ਼ੂ ਵਰਗੇ ਬਣ ਜਾਵਾਂਗੇ। ਪੱਥਰ ਨੂੰ ਪੂਜਾਂਗੇ, ਪੱਥਰ ਵਰਗੇ ਬਣ ਜਾਵਾਂਗੇ। ਫੋਟੋ ਨੂੰ ਪੂਜਾਂਗੇ, ਸੁੰਨ ਮੁੰਨ ਬਣ ਜਾਵਾਂਗੇ, ਸਾਨੂੰ ਸਾਡਾ ਦਿਮਾਗ ਕੰਮ ਕਰਨ ਨੂੰ ਹਟ ਜਾਊਗਾ। ਕਿਉਂ? ਫੋਟੋ ਨਹੀਂ ਬੋਲਦੀ, ਸਾਡਾ ਦਿਮਾਗ ਬੋਲਣ ਨੂੰ ਹਟ ਜਾਊਗਾ। ਤੇ ਹੁਣ ਜਿਹੜਾ ਬੋਲਦਾ ਨਾ, ਜਿਹੜਾ ਦਾਤਾਂ ਦਿੰਦਾ ਹੈਗਾ, ਜਿਹੜਾ ਸਾਨੂੰ ਬੋਲਣ ਲਾ ਦਿੰਦਾ ਹੈਗਾ, ਜੇ ਉਹਦੇ ਕੋਲੇ ਆਵਾਂਗੇ ਨਾ, ਤੇ ਸੱਚੀ ਮੁੱਚੀ ਗੁਰੂ ਸਾਨੂੰ ਆਪਦੇ ਵਰਗਾ ਬਣਾ ਲੂ। ਅਸੀਂ ਬੋਲਣ ਵੀ ਲੱਗ ਜਾਾਂਗੇ, ਅਸੀਂ ਸਿਆਣੇ ਵੀ ਬਣ ਜਾਾਂਗੇ। ਗੁਰੂ ਸਾਡਾ ਬਹੁਤ ਸਿਆਣਾ ਨਾ, ਤੇ ਗੁਰੂ ਸਾਡਾ ਸਾਗਰ ਰੂਪ ਹੈ। ਸੱਚਮੁੱਚ ਜਾਣਿਓ, ਅਸੀਂ ਵੀ ਸਾਗਰ ਰੂਪ ਬਣ ਜਾਵਾਂਗੇ। ਸਾਡੇ ਤੇ ਵੀ ਏਡੀ ਵੱਡੀ ਬਖਸ਼ਿਸ਼ ਹੋ ਜਾਣੀ ਹੈ। ਭਾਵੇਂ ਦਿਮਾਗ ਸਾਡਾ ਛੋਟਾ ਜਾ, ਪਰ ਇਹ ਬਣ ਜੂ ਸਾਗਰ ਵਰਗਾ, ਕਿਉਂ? ਗੁਰੂ ਸਾਡਾ ਸਾਗਰ ਵਰਗਾ। ਗੁਰੂ ਭਾਵੇਂ ਵੇਖਣ ਨੂੰ ਨਾ ਸਾਡਾ 1430 ਅੰਗਾਂ ਦੇ ਵਿੱਚ ਸੁਸ਼ੋਭਤ ਆ ਗੁਰਬਾਣੀ, ਪਰ ਚੇਤਾ ਰੱਖਿਓ, ਉਹਦੇ ਵਿੱਚ ਗਿਆਨ ਪੂਰੇ ਵਰਲਡ ਦਾ, ਪੂਰੀ ਦੁਨੀਆ, ਤਿੰਨੇ ਭਵਨਾਂ ਦਾ ਗਿਆਨ ਸਮਾਇਆ ਹੋਇਆ। ਤੇ ਜਿਨ੍ਹਾਂ ਨੇ ਮਾਲਕ ਨਾਲ ਜਾਰੀ ਪਾਲੀ ਨਾ, ਉਹਨਾਂ ਦਾ ਸੁਭਾਅ ਮਾਲਕ ਵਰਗਾ ਹੀ ਬਣ ਜਾਂਦਾ। ਬਸ ਜੈਸਾ ਸੇਵਾਂਗੇ ਤੈਸੋ ਬਣ ਜਾਵਾਂਗੇ। ਇਸ ਕਰਕੇ ਕਿਸੇ ਡੇਰੇਦਾਰ ਕੋਲੇ ਨਾ ਜਾਓ, ਕਿਸੇ ਪੁੱਛਾਂ ਕੱਢਣ ਵਾਲੇ ਕੋਲੇ ਨਾ ਜਾਓ, ਕਿਸੇ ਮਾੜੀ ਸੰਗਤ 'ਚ ਨਾ ਜਾਓ, ਕਿਸੇ ਪੱਥਰ ਨੂੰ ਨਾ ਪੂਜੋ, ਕਿਸੇ ਮੜੀ ਨੂੰ ਨਾ ਪੂਜੋ। ਅੱਜ ਚਾਹੁੰਦੇ ਆ ਨਾ, ਬੜੀਆਂ ਭੈਣਾਂ ਨੇ, ਮਾਫ ਕਰਨਾ, ਜਿਹੜੀਆਂ ਕੱਚੀ ਲੱਸੀ ਲੈ ਕੇ ਜਾਣਗੀਆਂ। ਹਟ ਜੋ ਭੈਣੋ, ਕੋਈ ਫਾਇਦਾ ਨਹੀਂ ਹੈ। ਪੁੱਛ ਲਓ ਕਦੇ ਆਪਣੇ ਪਰਿਵਾਰ ਵਿੱਚ ਵੱਡੇ ਵਡੇਰਿਆਂ ਨੂੰ ਵੀ ਕਿਹਦੀ ਮੱਟੀ ਹੈ ਇਹ, ਜਿੱਥੇ ਮੈਂ ਜਾਨੀ ਆ ਜਾਂ ਜਿੱਥੇ ਬੱਚਿਆਂ ਨੂੰ ਭੇਜਦੀ ਆ ਮੈਂ, ਕਿਸੇ ਨੂੰ ਕੋਈ ਪਤਾ ਨਹੀਂ ਗਾ। 28-27 ਦਿਨ ਨਾ ਪਸ਼ੂ ਪੰਛੀ ਉਹ ਤੇ ਮਲ ਮੂਤਰ ਕਰਦੇ ਨੇ, ਪਰ ਇੱਕ ਦਿਨ ਅਸੀਂ ਜਾ ਕੇ ਮੱਥਾ ਟੇਕਦੇ ਆ। ਮਾਫ ਕਰਨਾ ਵੀ ਕੀ ਗੱਲਾਂ ਨੇ, ਕੁਛ ਵੀ ਨਹੀਂ ਹੈਗੀਆਂ। ਅਜੋਕੇ ਵਕਤ ਵਿੱਚ ਤਾਂ ਵੱਡੇ ਵੱਡੇ ਮੱਠ ਖੇਤਾਂ 'ਚ ਬਣਾਏ ਨੇ, ਹੁਣ ਤਾਂ ਟੁਕੜੀਆਂ ਲੱਗਣ ਲੱਗ ਗਈਆਂ। ਕਮਾਲ ਦੀ ਗੱਲ ਆ ਗਈ, ਇੱਕ ਛੋਟਾ ਬਾਬਾ, ਇੱਕ ਵੱਡਾ ਬਾਬਾ। ਕਮਾਲ ਦੀ, ਪਤਾ ਹੀ ਨਹੀਂ ਵੀ ਕੀ ਆ ਕੀ ਨਾ, ਕਮਰੇ ਨੇਗੇ। ਵਾਹਿਗੁਰੂ ਭਲਾ ਕਰੇ, ਆਪਾਂ ਇਹਨਾਂ ਮਨਮਤੀ ਗੱਲਾਂ ਵਿੱਚ ਬਿਲਕੁਲ ਨਹੀਂ ਬਣਨਾ। ਜਿਹਨੂੰ ਜਿਹੋ ਜਿਹਨੂੰ ਸੇਵਾਂਗੇ ਉਹੋ ਜਿਹਾ ਸਾਡਾ ਸੁਭਾਅ ਬਣ ਜੂ। ਗੱਲ ਆ ਗਈ। ਮੜੀਆਂ ਨੂੰ ਪੂਜਾਂਗੇ ਨਾ, ਉਹੋ ਜਿਹਾ ਸਾਡਾ ਸੁਭਾਅ ਬਣ ਜਾਊਗਾ। ਬਚ ਜਾਈਏ, ਫਿਰ ਆਪਣਾ ਸੋਹਣਾ ਸੁਭਾਅ ਬਣ ਜਾਊਗਾ ਗੁਰੂ ਕੋਲੇ ਆ ਕੇ। ਤੇ ਗੁਰੂ ਕੋਲੇ ਆ ਕੇ ਆਪਾਂ ਸੋਹਣੀ ਜੀਵਨ ਯਾਤਰਾ ਕਰਨੀ ਹੈਗੀ। ਇੱਥੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਸਾਰ ਨਾ ਜਾਣਾ। हे ਵਾਹਿਗੁਰੂ ਜੀ, ਮੈਂ ਤੇਰੀ ਸਾਰ ਨਹੀਂ ਜਾਣ ਸਕਦਾ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਤੂੰ ਵੱਡ ਦਾਣਾ, ਤੂੰ ਬਹੁਤ ਵੱਡਾ ਹੈ, ਦਾਨਾ ਹੈ, ਸਿਆਣਾ ਹੈ।
ਕਰ ਮਿਹਰਮਤ ਸੋਈ, ਮੇਰੇ ਤੇ ਮਿਹਰ ਦੀ ਨਿਗਾਹ ਪਾ, ਮੈਨੂੰ ਵੀ ਆਪਦੇ ਵਰਗਾ ਬਣਾ ਲਾ। ਜਦੋਂ ਮੈਂ ਤੇਰੇ ਵਰਗਾ ਬਣ ਗਿਆ, ਬਸ ਜ਼ਿੰਦਗੀ ਸਫਲ ਹੈ। ਫਿਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਫਿਰ ਆਪਾਂ ਪੜ੍ਹੀਏ, ਤੁਹਾਨੂੰ ਆਪਣੇ ਆਪ ਅਰਥਾਂ ਦਾ ਪਤਾ ਲੱਗ ਜੂਗਾ। ਕਿਰਪਾ ਕੀਜੈ ਸਾਮਤ ਦੀਜੈ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਦੀ ਮੱਤ ਵਰਗੀ ਮੱਤ ਦੇ ਦੇ। ਕਿਰਪਾ ਕੀਜੈ ਸਾਮਤ ਦੀਜੈ, ਉਹ ਮੱਤ ਕਿਹੜੀ ਆ? ਆਠ ਪਹਿਰ। ਦਿਨ ਤੇ ਰਾਤ ਵਿੱਚ 8 ਪਹਿਰ ਹੈ ਨਾ, 4 ਪਹਿਰਾਂ ਦਾ ਦਿਨ, 4 ਪਹਿਰਾਂ ਦੀ ਰਾਤ। ਪਾਤਸ਼ਾਹ ਜੀ ਕਹਿੰਦੇ ਮੈਂ 8 ਪਹਿਰ ਤੈਨੂੰ ਜਪਦਾ ਰਹਾਂ, ਸੁੱਤਾ ਵੀ, ਜਾਗਦਾ ਵੀ, ਕੰਮ ਕਰਦਾ ਵੀ, ਉੱਠਦਾ ਬਹਿੰਦਾ ਸੌਂਦਾ ਤੁਰਦਾ ਫਿਰਦਾ, ਤੈਨੂੰ ਕਦੇ ਨਾ ਵਿਸਾਰਾਂ। ਕਰ ਮਿਹਰਮਤ ਸਾਈਂ, ਮੇਰੇ ਤੇ ਕਿਰਪਾ ਕਰ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਗਰਬ ਨਾ ਕੀਜੈ ਰੇਣ ਹੋਵੀਜੈ। ਬੰਦਿਆ ਤੂੰ ਗਰਬ ਨਾ ਕਰੀ, ਗਰਬ ਹੰਕਾਰ, ਰੇਣ ਹੋਵੀਜੈ। ਤੂੰ ਤਾਂ ਨਾ ਗੁਰੂ ਦੇ ਚਰਨਾਂ ਦੀ ਰੇਣ ਬਣ ਕੇ ਰਹੀ, ਧੂੜ ਬਣ ਕੇ ਰਹੀ। ਧੂੜ ਮੀਨਜ ਨਿਮਰਤਾ, ਨਿਮਰਤਾ ਦੇ ਵਿੱਚ ਰਹੀ। ਗਰਬ ਨਾ ਕੀਜੈ ਰੇਣ ਹੋਵੀਜੈ, ਤਾਂ ਗਤ ਜੀ ਅਰੇ ਤੇਰੀ, ਤਾਂ ਸਾਡੀ ਗਤ ਹੋਣੀ ਹੈ, ਤਾਂ ਅਸੀਂ ਗਤੀਸ਼ੀਲ ਹੋਣਾ। ਮੰਨ ਲਓ ਜਿਹੜੇ 'ਚ ਨਿਮਰਤਾ ਨਹੀਂ ਹੈ ਉਹ ਕਦੇ ਵੀ ਗਤੀਸ਼ੀਲ ਨਹੀਂ ਹੁੰਦਾ। ਗਤੀਸ਼ੀਲ ਤੋਂ ਭਾਵ ਹੁੰਦਾ ਅੱਗੇ ਗਤ ਤੋਂ ਭਾਵ ਹੁੰਦਾ ਅੱਗੇ ਅਪ ਹੋਣਾ, ਵਧਣਾ, ਤੇਜ਼ ਹੋਣਾ, ਮਤਲਬ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਪਾਸੇ ਤੁਰਨਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਗਤ ਤਾਂ ਹੋਣੀ ਹੈ ਜੇ ਆਪਾਂ ਨਿਮਰਤਾ ਸਹਿਤ ਆਵਾਂਗੇ। ਹੱਥ ਜੋੜਨਾ, ਗੁਰੂ ਨੂੰ ਆਪਣਾ ਆਪਾ ਭੇਟ ਕਰਨਾ ਹੈ। ਤੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਮੂਰਖ ਕੋਈ ਨਹੀਂ। ਜਿਹਦਾ ਹੁਕਮਨਾਮਾ ਵੀ ਹੈ ਨਾ, ਪਾਤਸ਼ਾਹ ਨੇ ਕੀ ਕਿਹਾਗਾ? ਮੇਰੇ ਵਰਗਾ ਮੂਰਖ ਕੋਈ ਨਹੀਂ ਤੇ ਤੇਰੇ ਵਰਗਾ ਸਿਆਣਾ ਕੋਈ ਨਹੀਂ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਇਹੀ ਕਿਹਾ ਨਾ, ਮੈਂ ਮੂਰਖ ਤੂੰ ਬੜਾ ਸਿਆਣਾ ਗਾ। ਜਦੋਂ ਨਿਮਰਤਾ ਸਹਿਤ ਹੱਥ ਬੰਨਾਂਗੇ, ਸਿਰ ਆਪਣਾ ਗੁਰੂ ਚਰਨਾਂ ਵਿੱਚ ਧਰ ਦੇਵਾਂਗੇ ਨਾ, ਮੇਰੀ ਮੱਤ ਥੋੜੀ ਆ, ਤੇਰੀ ਮੱਤ ਬਹੁਤ ਜ਼ਿਆਦਾ। ਆਪਣੀ ਮੱਤ ਗੁਰੂ ਨੂੰ ਦੇਣੀ ਤੇ ਗੁਰੂ ਦੀ ਮੱਤ ਲੈ ਜਾਣੀ। ਮੱਤ ਤੋਂ ਭਾਵ ਇੱਥੇ ਉਹ ਨਹੀਂ ਵੀ ਆਪਣੀ ਰਾਏ ਗੁਰੂ ਨੂੰ ਦੇਣੀ, ਰਾਏ ਨਹੀਂ ਦੇਣੀ ਗੁਰੂ ਨੂੰ। ਆਪਣੀ ਮੱਤ ਤੋਂ ਭਾਵ ਕੀ ਆ? ਗੁਰੂ ਨੂੰ ਕੰਡੇ ਦੇ ਦੇਣੇ। ਆਪਣੀ ਮੱਤ 'ਚ ਕੰਡੇ ਆ ਔਗਣ, ਤੇ ਗੁਰੂ ਤੋਂ ਆਪਾਂ ਗੁਣਾ ਰੂਪੀ ਫੁੱਲ ਲੈ ਜਾਈਏ, ਫਿਰ ਬਖਸ਼ਿਸ਼ ਜ਼ਰੂਰ ਹੋਵੇਗੀ। ਫਿਰ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਤਾਂ ਗਤ ਜੀ ਅਰੇ ਤੇਰੀ, ਤੇਰੀ ਗਤ ਭਾਈ ਜ਼ਰੂਰ ਵਧੇਗੀ। ਸਭ ਉੱਪਰ ਨਾਨਕ ਕਾ ਠਾਕੁਰ, ਮੈਂ ਜੇਹੀ ਕਣ ਚੇਰੀ ਰਾਮ। ਸਭ ਦੇ ਉੱਪਰ ਤੇਰੀ ਬਖਸ਼ਿਸ਼ ਹੈ, ਤੇਰੀ ਕਿਰਪਾ ਹੈ, ਮੈਂ ਜੇਹੀ ਕਣ ਚੇਰੀ ਰਾਮ। ਮੇਰੇ ਵਰਗੀਆਂ ਅਨੇਕਾਂ ਤੇਰੀਆਂ ਦਾਸੀਆਂ ਨੇ, ਇਹਨਾਂ ਦਾਸੀਆਂ ਤੇ ਵੀ ਤੂੰ ਮਿਹਰ ਦੀ ਨਿਗਾਹ ਪਾ। ਦਾਸ ਕਿਵੇਂ ਬਣਨਾਗਾ? ਉਹ ਆਪਾਂ ਆਰੰਭਤਾ ਦੇ ਵਿੱਚ ਗੱਲ ਕੀਤੀ ਸੀ। ਮੁੱਖੋਂ ਕਹਿਣ ਵਾਲਾ ਦਾਸ ਨਹੀਂ ਬਣਨਾ। ਮੁੱਖੋਂ ਕਹਿਣ ਵਾਲਾ ਤੂੰ ਦੀ ਆਵਾਜ਼ ਨਹੀਂ ਦੇਣੀਗੀ ਸਵਾਰਥ ਲਈ, ਪਰ ਜੇ ਤੂੰ ਕਹਿਣਾ ਤਾਂ ਸੱਚਮੁੱਚ ਤੂੰ ਦੇ ਹੋ ਜਾਏਗੀ। ਜੇ ਦਾਸ ਕਿਹਾ ਨਾ ਤੇ ਸੱਚਮੁੱਚ ਗੁਰੂ ਦੇ ਦਾਸ ਬਣ ਜਾਈਏ। ਤੇ ਨਹੀਂ, ਸਾਡੀ ਦੁਨੀਆ ਦੇ ਵਿੱਚ ਗੱਲ ਆ, ਵੱਡੇ ਵੱਡੇ ਬਾਬੇ ਨਾ, ਪਖੰਡੀ ਲੋਕ ਨੇ ਜਿਹੜੇ, ਉਹ ਆਮ ਹੀ ਗੱਲਾਂ ਕਹਿੰਦੇ ਨੇ ਜੀ, ਸੰਗਤ ਦੇ ਤੇ ਦਾਸ ਅਸੀਂ ਤੁਹਾਡੇ ਦਾਸ। ਜਾਂ ਕੀ ਕਹਿੰਦੇ ਨੇ, ਦਾਸ ਇਉਂ ਬੋਲਦਾ ਹੈ, ਦਾਸ ਇਉਂ ਲਿਖਦਾ ਹੈ, ਦਾਸ ਨੇ ਫਲਾਨਾ ਕੰਮ ਕੀਤਾ, ਦਾਸ ਫਲਾਨੇ ਥਾਂ ਗਿਆ। ਬਿਨਾਂ ਗੱਲ ਤੋਂ ਦਾਸ 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 ਲਾਈ ਜਾਂਦੇ ਨੇ। ਪਰ ਜੇ ਦਾਸ ਕਿਹਾ ਤਾਂ ਬਣ ਕੇ ਦਿਖਾਓ। ਜੇ ਦਾਸ ਕਿਹਾ ਨਾ, ਗੁਰੂ ਸਾਹਿਬ ਕਹਿੰਦੇ ਬਣ ਕੇ ਵਿਖਾ। ਕਹਿਣ ਦੇ ਨਾਲ ਦਾਸ ਨਹੀਂ, ਕਹਿਣ ਦੇ ਨਾਲ ਤੂੰ ਨਹੀਂ, ਕਹਿਣ ਦੇ ਨਾਲ ਮੈਂ ਨਹੀਂ। ਬਸ ਇਹਨੂੰ ਬਦਲ ਗਏ ਆਪਾਂ, ਫਿਰ ਸਾਡਾ ਜੀਵਨ ਜ਼ਰੂਰ ਗਤੀਸ਼ੀਲ ਹੋਵੇਗਾ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਇੰਨੀ ਕੁ ਵਿਚਾਰ ਕਰਦਿਆਂ ਤੋਂ ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ। ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।